ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਫਿਰਤ ਫਿਰਤ ਦਾ ਮਤਲਬ ਭਟਕਦਾ ਹੋਇਆ, ਤੋ ਸਰਨਾਏ ਦਾ ਮਤਲਬ ਤੇਰੀ ਸ਼ਰਨ, ਪਰਿਆ ਦਾ ਮਤਲਬ ਪਿਆ ਹਾਂ। ਹੇ ਪ੍ਰਭੂ, ਭਟਕਦਾ ਭਟਕਦਾ ਮੈਂ ਤੇਰੀ ਸ਼ਰਨ ਆਇਆ ਹਾਂ, ਤੇਰੀ ਸ਼ਰਨ ਆਣ ਕੇ ਪਿਆ ਹਾਂ, ਤੇਰੇ ਚਰਨਾਂ ਦੀ ਸ਼ਰਨ ਲਈ ਹੈ। ਕਿਧਰੋਂ ਕਿਧਰੋਂ ਭਟਕਦਾ ਹੋਇਆ ਆਇਆ ਹਾਂ। ਹੁਣ ਦੇਖੋ ਕਿੰਨੇ ਕਰਮ ਨੇ। ਕਿਤੇ ਤਾਂ ਬੰਦਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਵਿਕਾਰਾਂ ਦੇ ਵਿੱਚ ਭਟਕ ਰਿਹਾ ਹੈ, ਔਰ ਕਿਤੇ ਇਸ ਭਟਕਣਾ ਤੋਂ ਬਚਣ ਲਈ, ਇਹਨਾਂ ਦੁੱਖਾਂ ਤੋਂ ਬਚਣ ਵਾਸਤੇ ਬੰਦਾ ਫਿਰ ਕਰਮ ਕਾਂਡਾਂ ਦੇ ਅੰਦਰ ਭਟਕ ਜਾਂਦਾ ਹੈ। ਜਿਵੇਂ ਅਸੀਂ ਰੋਜ਼ ਬੇਨਤੀ ਕਰ ਰਹੇ ਹਾਂ, ਵਰਤ ਨਰਾਤੇ, ਸਰਾਧ, ਜਪ ਤਪ, ਸੰਜਮ, ਮਾਲਾ ਫੇਰਨੀਆਂ, ਭਗਤ ਔਰ ਸਮਾਧੀਆਂ ਲਾਣੀਆਂ, ਸੰਸਾਰ ਦਾ ਤਿਆਗ, ਜੰਗਲਾਂ ਵਿੱਚ ਵਿਚਰਨਾ, ਮੜੀਆਂ ਵਿੱਚ ਬਹਿਣਾ, ਜਪ ਤਪ ਕਰਨੇ, ਹੋਰ ਅਨੇਕਾਂ ਜਿਹੜੇ ਕਰਮ ਨੇ, ਇਹਨਾਂ ਦੇ ਵਿੱਚ ਬੰਦਾ ਭਟਕਦਾ ਫਿਰਦਾ, ਆਪਣਾ ਸਮਾਂ ਬਰਬਾਦ ਕਰਦਾ। ਔਰ ਇਸ ਭਟਕਣਾ ਦੇ ਵਿੱਚੋਂ ਇਹਨੂੰ ਮਿਲਦਾ ਕੁਛ ਵੀ ਨਹੀਂ। ਸਮਝਦਾ ਹੈ ਸ਼ਾਇਦ ਇਹਨਾਂ ਕਰਮਾਂ ਚੋਂ ਮੇਰੀ ਜ਼ਿੰਦਗੀ ਵਿੱਚ ਸੁੱਖ ਪੈਦਾ ਹੋਏਗਾ, ਸ਼ਾਂਤੀ ਪੈਦਾ ਹੋਏਗੀ, ਇਨਸਾਨੀਅਤ ਪੈਦਾ ਹੋਏਗੀ, ਪਰ ਇਹਨਾਂ ਕੰਮਾਂ ਦੇ ਨਾਲ ਇਹਨੂੰ ਮਿਲਦਾ ਕੁਛ ਨਹੀਂ। ਗੁਰਦੇਵ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਬਚਨ ਵੀ ਕੀਤਾ ਹੈ ਨਾ, ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਹੁਣ ਪ੍ਰਭੂ ਦੀ ਸ਼ਰਨ ਵਿੱਚ ਕਿਉਂ ਆਏ ਨੇ? ਸਾਰਾ ਕੁਝ ਵੇਖ ਲਿਆ ਨਾ, ਕੁਛ ਨਹੀਂ ਮਿਲਿਆ। ਤਾਂ ਗੁਰੂ ਜੀ ਕਹਿੰਦੇ ਨੇ, ਮੈਂ ਥੱਕ ਹਾਰ ਕੇ ਹੀ ਪ੍ਰਭੂ ਤੇਰੇ ਚਰਨਾਂ ਦੀ ਸ਼ਰਨ ਲਈ ਹੈ, ਮੈਨੂੰ ਵਿਵੇਕ ਬੁੱਧ ਬਖਸ਼ੋ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਗੁਰੂ ਪਾਤਸ਼ਾਹ ਕਹਿੰਦੇ, ਹੈ ਪ੍ਰਭੂ, ਮੇਰੀ ਆਪ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਮੈਨੂੰ ਆਪਣੀ ਭਗਤੀ ਵਿੱਚ ਲਾਓ। ਭਗਤੀ ਦਾ ਮਤਲਬ ਸੇਵਾ, ਆਪਣੀ ਸੇਵਾ ਵਿੱਚ ਲਾਓ ਕਿ ਮੈਂ ਤੁਹਾਡੇ ਹੁਕਮ ਰਜ਼ਾ ਦੇ ਅੰਦਰ ਜ਼ਿੰਦਗੀ ਜੀ ਸਕਾਂ। ਰੱਬ ਦੀ ਭਗਤੀ ਕੀ ਹੈ? ਰੱਬ ਦੇ ਗੁਣਾਂ ਦਾ ਧਾਰਨੀ ਹੋਣਾ, ਰੱਬ ਦੀ ਭਗਤੀ, ਰੱਬ ਦੀ ਰਜ਼ਾ ਦੇ ਅੰਦਰ ਤੁਰਨਾ, ਰੱਬ ਦੀ ਭਗਤੀ, ਰੱਬ ਦੀ ਰਚਨਾ ਦੇ ਨਾਲ, ਰੱਬ ਦੇ ਗੁਣਾਂ ਦੇ ਨਾਲ ਪਿਆਰ ਕਰਨਾ ਕਿ हे ਪ੍ਰਭੂ, ਮੇਰੇ ਤੇ ਰਹਿਮਤ ਕਰ, ਮੈਨੂੰ ਆਪਣੀ ਸੇਵਾ ਵਿੱਚ ਲਾ, ਮੈਨੂੰ ਆਪਣੇ ਹੁਕਮ ਦੀ ਸੂਝ ਬਖਸ਼ ਕਿ ਮੈਂ ਤੇਰੇ ਹੁਕਮ ਮੁਤਾਬਕ ਜ਼ਿੰਦਗੀ ਜੀ ਸਕਾਂ। ਇੱਥੋਂ ਸਾਨੂੰ ਜੀਣ ਵਾਸਤੇ ਕੀ ਮਿਲਿਆ ਕਿ ਰੱਬੀ ਰਜ਼ਾ ਤੋਂ ਬਿਨਾਂ, ਰੱਬੀ ਗੁਣਾਂ ਦੇ ਧਾਰਨੀ ਹੋਣ ਤੋਂ ਬਿਨਾਂ ਜਿਤਨੇ ਵੀ ਕਰਮ ਨੇ ਉਹ ਸਾਰੇ ਭਟਕਣਾ ਪੈਦਾ ਕਰਦੇ ਨੇ। ਉਹ ਇੱਕ ਭਰਮ ਪੈਦਾ ਕਰਦੇ ਨੇ ਕਿ ਸ਼ਾਇਦ ਇਹਨਾਂ ਕਰਮਾਂ ਦੇ ਵਿੱਚੋਂ ਮੇਰੇ ਵਾਸਤੇ ਸੁੱਖ ਉਪਜ ਪਵੇ, ਪਰ ਐਸਾ ਹੁੰਦਾ ਨਹੀਂ। ਇਸ ਲਈ ਗੁਰੂ ਜੀ ਤੱਤ ਦੀ ਗੱਲ ਦੱਸ ਰਹੇ ਨੇ ਕਿ ਰੱਬੀ ਰਜ਼ਾ ਵਿੱਚ ਤੁਰਨਾ ਔਰ ਰੱਬੀ ਗੁਣਾਂ ਦੇ ਧਾਰਨੀ ਹੋਣਾ ਹੀ ਭਟਕਣਾ ਦੇ ਵਿੱਚੋਂ ਬਾਹਰ ਆਉਣ ਦਾ ਇੱਕੋ ਇੱਕ ਸਾਧਨ ਹੈ ਔਰ ਸੁੱਖ ਪਾਉਣ ਦਾ ਇੱਕੋ ਇੱਕ ਰਸਤਾ ਹੈ। ਅਸ਼ਟਪਦੀ, ਜਾਚਕ ਜਨ ਜਾਚੈ ਪ੍ਰਭਦਾਨ। ਜਾਚਕ ਜਨ ਦਾ ਮਤਲਬ ਮੰਗਤਾ ਮਨੁੱਖ, ਜਾਚੈ ਦਾ ਮਤਲਬ ਮੰਗਦਾ ਹੈ। हे ਪ੍ਰਭੂ, ਇਹ ਦਾਸ ਮੰਗਤਾ ਜੋ ਪਰਿਆ ਤੋਂ ਸ਼ਰਨਾਏ, ਜੋ ਤੇਰੀ ਸ਼ਰਨ ਵਿੱਚ ਆ ਕੇ ਪਿਆ ਹਾਂ। ਉੱਥੇ ਪਰਿਆ ਤੋਂ ਸ਼ਰਨਾਏ ਕਹਿ ਰਹੇ ਨੇ, ਇੱਥੇ ਜਾਚਕ ਜਨ ਕਹਿ ਰਹੇ ਨੇ। ਸ਼ਬਦ ਉਹਦੇ ਵਾਸਤੇ ਵਰਤ ਰਹੇ ਨੇ ਜੋ ਪ੍ਰਭੂ ਦੀ ਸ਼ਰਨ ਵਿੱਚ ਆਇਆ ਹੈ ਕਿ हे ਪ੍ਰਭੂ, ਮੈਂ ਤੇਰੇ ਦਰ ਦਾ ਮੰਗਤਾ ਹਾਂ ਔਰ ਤੇਰੇ ਦਰ ਤੋਂ ਮੈਂ ਇੱਕ ਦਾਨ ਮੰਗਦਾ ਹਾਂ, ਇੱਕ ਦਾਤ ਮੰਗਦਾ ਹਾਂ। ਕਿ ਉਹ ਦਾਤ ਕਿਹੜੀ ਮੰਗ ਰਹੇ ਨੇ? ਅਗਲੀ ਪੰਕਤੀ ਵਿੱਚ ਦੱਸਦੇ ਨੇ, ਕਰ ਕਿਰਪਾ ਦੇਵੋ ਹਰ ਨਾਮ। हे ਮਾਲਕ, ਮੈਨੂੰ ਰਹਿਮਤ ਕਰਕੇ ਆਪਣਾ ਨਾਮ ਦਿਓ, ਆਪਣੇ ਨਾਮ ਦੀ ਸੂਝ ਬਖਸ਼ੋ। ਨਾਮ ਦਾ ਮਤਲਬ ਹੁਕਮ, ਨਾਮ ਦਾ ਮਤਲਬ ਰੱਬ ਦਾ ਹੁਕਮ, ਕਿ ਆਪਣੇ ਹੁਕਮ ਦੀ ਸੂਝ ਬਖਸ਼ੋ, ਆਪਣੀ ਰਜ਼ਾ ਭਾਣੇ ਦੇ ਵਿੱਚ ਤੁਰਨ ਦਾ ਬਲ ਬਖਸ਼ੋ, ਗਿਆਨ ਬਖਸ਼ੋ, ਆਪਣੇ ਗੁਣਾਂ ਦੀ ਦਾਤ ਬਖਸ਼ੋ। ਇਹ ਮੇਰੀ ਇੱਕ ਮੰਗ ਹੈ ਕਿ ਮੈਂ ਤੁਹਾਡੇ ਹੁਕਮ ਵਿੱਚ ਤੁਰਾਂ, ਮੈਨੂੰ ਹੁਕਮ ਰਜ਼ਾ ਭਾਣੇ ਦੀ ਸਮਝ ਆ ਜਾਏ ਔਰ ਮੈਂ ਤੁਹਾਡੇ ਗੁਣਾਂ ਦਾ ਧਾਰਨੀ ਹੋਵਾਂ। ਇਹ ਚੀਜ਼ ਮੇਰੇ ਝੋਲੀ ਵਿੱਚ ਪਾਓ, ਇਹ ਚੀਜ਼ਾਂ ਮੇਰੀ ਸਮਝ ਵਿੱਚ ਬਹਿ ਜਾਣ। ਰੱਬ ਦੀ ਰਜ਼ਾ ਪਾਣਾ, ਵੀ ਗੁਣਾਂ ਦੇ ਧਾਰਨੀ ਹੋਣਾ, ਇਹ ਦਾਤ ਮੰਗ ਰਹੇ ਨੇ, ਕਿਉਂਕਿ ਇਹੀ ਦਾਤ ਜੀਵਨ ਦੇ ਅੰਦਰ ਸਭ ਤੋਂ ਮਹਾਨ ਦਾਤ ਹੈ ਔਰ ਸਫਲੀ ਕਰਨ ਵਾਲੀ ਹੈ। ਸਾਧ ਜਨਾਂ ਕੀ ਮੰਗੋਂ ਧੂਰ। ਸਾਧ ਜਨਾਂ ਦਾ ਮਤਲਬ ਜਿਹੜੇ ਸਿਰਮੌਰ ਪੁਰਸ਼ ਨੇ, ਸ਼ਾਂਤ ਪੁਰਸ਼ ਨੇ, ਜਿਹਦੇ ਗੁਣੀ ਇਨਸਾਨ ਨੇ, ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਸਚਿਆਰ ਕਿਹਾ ਹੈ ਜਾਂ ਪੰਚ ਕਿਹਾ ਹੈ।
ਜਪਜੀ ਸਾਹਿਬ ਵਿੱਚ ਬਚਨ ਆਇਆ ਹੈ ਨਾ ਕਿ ਉਹ ਸਚਿਆਰਾ ਹੋਈ ਹੈ। ਗੁਰੂ ਨਾਨਕ ਦੇਵ ਜੀ ਸ਼ਬਦ ਵਰਤ ਰਹੇ ਨੇ ਸਚਿਆਰ। ਗੁਰੂ ਅੰਗਦ ਦੇਵ ਜੀ ਦਾ ਪਿਆਰਾ ਸ਼ਬਦ ਹੈ ਆਸ਼ਿਕ। ਗੁਰੂ ਅਮਰਦਾਸ ਜੀ ਸ਼ਬਦ ਵਰਤਦੇ ਨੇ ਗੁਰਮੁਖ ਜਾਂ ਜਨ। ਗੁਰਮੁਖ ਸ਼ਬਦ ਵਰਤਦੇ ਨੇ ਗੁਰੂ ਅਮਰਦਾਸ ਜੀ ਜ਼ਿਆਦਾ। ਗੁਰੂ ਰਾਮਦਾਸ ਜੀ ਸ਼ਬਦ ਵਰਤ ਰਹੇ ਨੇ ਸਿੱਖ, ਗੁਰਸਿੱਖ ਜਾਂ ਗੁਰਸਿੱਖੜਾ ਜਾਂ ਸਿੱਖੜਾ। ਗੁਰੂ ਅਰਜਨ ਦੇਵ ਜੀ ਉਸੇ ਸਚਿਆਰ ਵਾਸਤੇ ਸ਼ਬਦ ਵਰਤਦੇ ਨੇ ਸਾਧ, ਸੰਤ ਜਾਂ ਬ੍ਰਹਮ ਗਿਆਨੀ। ਗੁਰੂ ਤੇਗ ਬਹਾਦਰ ਜੀ ਸ਼ਬਦ ਵਰਤਦੇ ਨੇ ਜਨ, ਤੇ ਗੁਰੂ ਗੋਬਿੰਦ ਸਿੰਘ ਜੀ ਸ਼ਬਦ ਵਰਤਦੇ ਨੇ ਖਾਲਸਾ। ਸਾਰਿਆਂ ਦਾ ਮੀਨਿੰਗ ਇੱਕੋ ਹੀ ਹੈ, ਸਚਿਆਰ। ਤਾਂ ਸਾਧ ਜਨਾ ਕੀ ਮੰਗੋ ਧੂਰ, ਜਿਹੜੇ ਸਿਰਮੌਰ ਸ੍ਰੇਸ਼ਟ ਪੁਰਸ਼ ਨੇ, ਸਚਿਆਰ ਪੁਰਸ਼ ਨੇ, ਜੋ ਤੇਰੀ ਰਜਾ ਭਾਣੇ ਵਿੱਚ ਤੁਰਨ ਵਾਲੇ ਨੇ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਣਾ ਕਿ ਮੈਂ ਨਿਮਰਤਾ ਦੇ ਨਾਲ ਉਹਨਾਂ ਨਾਲ ਵਿਹਾਰ ਕਰਾਂ ਔਰ ਮੈਂ ਉਹਨਾਂ ਰਾਹਾਂ ਤੇ ਤੁਰ ਸਕਾਂ ਜਿਨ੍ਹਾਂ ਰਾਹਾਂ ਤੇ ਰੱਬ ਦੇ ਪਿਆਰੇ ਤੁਰਦੇ ਨੇ। ਪਾਰ ਬ੍ਰਹਮ ਮੇਰੀ ਸ਼ਰਧਾ ਪੂਰ। ਸ਼ਰਧਾ ਦਾ ਅਰਥ ਵਿਸ਼ਵਾਸ ਵੀ ਹੈ, ਔਰ ਇੱਥੇ ਸ਼ਰਧਾ ਦਾ ਅਰਥ ਹੈ ਖਾਹਿਸ਼, ਖੁਆਹਿਸ਼। ਮੇਰੀ ਆਸ ਹੈ ਕਿ ਮੇਰੀ ਇਹ ਇੱਛਾ ਪੂਰੀ ਕਰ। ਇੱਥੇ ਸ਼ਰਧਾ ਦਾ ਮਤਲਬ ਇੱਛਾ ਹੈ। ਸ਼ਰਧਾ ਦਾ ਮਤਲਬ ਪਿਆਰ ਵੀ ਹੁੰਦਾ ਹੈ, ਸ਼ਰਧਾ ਦਾ ਮਤਲਬ ਵਿਸ਼ਵਾਸ ਵੀ ਹੈ, ਪਿਆਰ ਭਰਿਆ ਵਿਸ਼ਵਾਸ ਜਿਹੜਾ ਕਦੇ ਡੋਲਦਾ ਨਹੀਂ। ਇੱਥੇ ਸ਼ਰਧਾ ਦਾ ਅਰਥ ਹੈ ਖਾਹਿਸ਼, ਇੱਛਾ, ਕਿ ਮੇਰੀ ਇਹ ਇੱਛਾ ਹੈ ਪ੍ਰਭੂ, ਮੇਰੀ ਇੱਛਾ ਪੂਰੀ ਕਰ। ਇੱਕੋ ਹੀ ਇੱਛਾ ਹੈ ਕਿ ਸਾਧ ਜਨਾਂ ਕੀ ਮੰਗੋ ਧੂਰ, ਇਹ ਮੇਰੀ ਸ਼ਰਧਾ ਹੈ, ਮੈਂ ਤੇਰੇ ਚਰਨਾਂ ਦੀ ਸ਼ਰਨ ਵਿੱਚ ਟਿਕਿਆ ਰਹਾ। ਤੇ ਨਾਲ ਇੱਛਾ ਜ਼ਾਹਰ ਕਰ ਰਹੇ ਨੇ, ਮੰਗ ਰਹੇ ਨੇ ਕਿ ਸਦਾ ਸਦਾ ਪ੍ਰਭ ਕੇ ਗੁਣ ਗਾਵੋਂ। ਬਿੰਦੀ ਲਾ ਕੇ ਪਾਠ ਕਰਨਾ, ਗਾਵੋਂ, ਮੈਂ ਗਾਵਾਂ। ਜੇ ਪੜਾਂਗੇ ਗਾਵੋ ਤਾਂ ਇਹਦਾ ਅਰਥ ਹੋ ਜਾਏਗਾ ਤੁਸੀਂ ਗਾਵੋ। ਇਹ ਫਸਟ ਪਰਸਨ ਵਾਸਤੇ ਹੈ, ਗਾਵੋਂ। ਸਦਾ ਸਦਾ ਪ੍ਰਭ ਕੇ ਗੁਣ ਗਾਵੋਂ, हे ਮਾਲਕ ਮੇਰੇ ਤੇ ਰਹਿਮਤ ਕਰ ਕਿ ਮੈਂ ਸਦਾ ਤੇਰੇ ਗੁਣ ਗਾਵਾਂ, ਤੇਰੇ ਗੁਣਾਂ ਦਾ ਧਾਰਨੀ ਹੋਵਾਂ ਮਨ ਕਰਕੇ, ਬਚਨਾ ਕਰਕੇ ਔਰ ਕਰਮਾਂ ਕਰਕੇ। ਗੁਣ ਗਾਨ ਦਾ, ਸਿਫਤ ਸਲਾਹ ਕਰਨ ਦਾ ਅਰਥ ਇੱਕ ਹੈ, ਮਨ, ਬਚਨ ਔਰ ਕਰਮ ਕਰਕੇ ਗੁਣਾਂ ਦੇ ਧਾਰ ਹੋਣਾ। ਸੋਚ ਵੀ ਗੁਣਾਂ ਵਾਲੀ ਹੋਵੇ, ਬੋਲ ਵੀ ਗੁਣਾਂ ਵਾਲੇ ਪਿਆਰੇ ਮਿੱਠੇ ਹੋਣ, ਵਿਹਾਰ ਵੀ ਗੁਣਾਂ ਵਾਲਾ ਸੱਚਾ ਸੁੱਚਾ ਹੋਵੇ। हे ਮਾਲਕ ਮੇਰੇ ਤੇ ਐਸੀ ਰਹਿਮਤ ਕਰ। ਸਾਸ ਪ੍ਰਭ ਤੁਮਹਿ ਧਿਆਵੋ। ਸਾਸ ਸਾਸ ਤੇ ਵਿਸਰਾਮ ਲਗਾਣਾ ਹੈ, ਪ੍ਰਭ ਤੇ ਥੋੜਾ ਜਿਹਾ ਰੁਕਣਾ ਹੈ। ਸਾਸ ਸਾਸ ਪ੍ਰਭ ਤੁਮਹਿ ਧਿਆਵੋ, ਮੈਂ ਧਿਆਵਾਂ। हे ਮਾਲਕ ਦਮ ਬਦਮ, ਹਰ ਵਕਤ, ਹਰ ਸਵਾਸ ਦੇ ਨਾਲ ਭਾਵ ਹਰ ਪਲ ਮੈਂ ਤੈਨੂੰ ਯਾਦ ਰੱਖਾਂ। ਇੱਕ ਪਲ ਵਾਸਤੇ ਵੀ ਤੇਰੇ ਗੁਣ, ਤੇਰੀ ਰਜ਼ਾ, ਤੇਰਾ ਭਾਣਾ, ਤੇਰਾ ਪਿਆਰ ਮੇਰੀ ਜ਼ਿੰਦਗੀ ਚੋਂ ਭੁੱਲੇ ਨਾ। ਹਰ ਵਕਤ ਮੇਰੇ ਧਿਆਨ ਵਿੱਚ ਤੇਰਾ ਪਿਆਰ ਹੋਵੇ, ਤੇਰੇ ਗੁਣ ਹੋਣ, ਤੇਰੀ ਰਜ਼ਾ ਹੋਵੇ, ਤੇਰੀ ਹੋਣ ਦਾ ਖਿਆਲ ਹੋਵੇ। ਹਰ ਪਲ ਮੈਂ ਤੇਰੀ ਯਾਦ ਵਿੱਚ ਜੀਵਾਂ। ਚਰਨ ਕਮਲ ਸਿਉ ਲਾਗੇ ਪ੍ਰੀਤ। हे ਮਾਲਕ ਇੱਕ ਹੀ ਮੇਰੀ ਮੰਗ ਹੈ ਕਿ ਤੇਰੇ ਕਮਲ ਵਰਗੇ ਸੋਹਣੇ ਚਰਨਾਂ ਦੇ ਨਾਲ ਮੈਂ ਬਣ ਜਾਏ। ਹੁਣ ਰੱਬ ਦੇ ਚਰਨ ਕੀ ਨੇ? ਰੱਬ ਦੇ ਗੁਣ। ਰੱਬ ਦੇ ਗੁਣਾਂ ਦੇ ਨਾਲ ਪ੍ਰੀਤ ਬਣ ਜਾਏ, ਜ਼ਿੰਦਗੀ ਸਫਲ ਹੋ ਜਾਏਗੀ। ਜਦੋਂ ਅਸੀਂ ਸਾਰੀ ਬਾਣੀ ਨੂੰ ਗਹੁ ਦੇ ਨਾਲ ਪੜ੍ਹਦੇ ਹਾਂ ਤਾਂ ਸਾਨੂੰ ਹਰ ਸ਼ਬਦ ਦੇ ਅੰਦਰੋਂ ਇਹ ਸੰਦੇਸ਼ ਉਪਦੇਸ਼ ਮਿਲ ਰਿਹਾ ਹੈ ਕਿ ਅਸੀਂ ਸਚਿਆਰ ਹੋਣਾ ਹੈ, ਸੱਚ ਦੇ ਧਾਰਨੀ ਹੋਣਾ ਹੈ, ਉੱਚਾ ਸੁੱਚਾ ਆਚਰਨ, ਉੱਚੀ ਸੁੱਚੀ ਸੋਚ ਬਣਾਣੀ ਹੈ, ਅਵਗੁਣਾਂ ਨੂੰ ਛੱਡ ਕੇ ਗੁਣਾਂ ਦੇ ਧਾਰਨੀ ਹੋਣਾ ਹੈ, ਰੱਬੀ ਰਜਾ ਭਾਣੇ ਦੇ ਅੰਦਰ ਤੁਰਨਾ ਹੈ। ਯਾਨੀ ਸਾਨੂੰ ਗੁਣਾਂ ਦੇ ਧਾਰਨੀ ਹੋਣ ਦੀ ਪ੍ਰੇਰਨਾ ਹਰ ਸ਼ਬਦ ਦੇ ਵਿੱਚੋਂ ਮਿਲਦੀ ਹੈ। ਚਰਨ ਕਮਲ ਸਿਉ ਲਾਗੇ ਪ੍ਰੀਤ। हे ਮਾਲਕ ਰਹਿਮਤ ਕਰ ਕਿ ਮੇਰੀ ਪ੍ਰੀਤ ਤੇਰੇ ਗੁਣਾਂ ਦੇ ਨਾਲ ਬਣ ਜਾਏ। ਤੇ ਜੇ ਹੁਣ ਸਾਡੀ ਪ੍ਰੀਤ ਸਿਰਫ ਗੁਣਾਂ ਦੇ ਨਾਲ ਬਣ ਜਾਏ, ਮਨ ਬਚਨ ਕਰਮ ਕਰਕੇ, ਤਾਂ ਅੰਦਾਜ਼ਾ ਲਗਾਓ ਜ਼ਿੰਦਗੀ ਕਿੰਨੀ ਮਹਾਨ ਹੋ ਜਾਏਗੀ, ਕਿੰਨਾ ਮਹਾਨ ਉਹ ਗੁਣ ਇਨਸਾਨ ਹੋ ਜਾਏਗਾ। ਭਗਤ ਕਰੋ ਪ੍ਰਭ ਕੀ ਨਿਤ ਨੀਤ। ਭਗਤ ਕਰੋ ਪ੍ਰਭ ਕੀ ਨਿਤ ਨੀਤ। ਇੱਥੇ ਕਰੋ ਨਹੀਂ ਪੜਨਾ, ਕਰੋ ਪੜਨਾ ਹੈ। ਇਹ ਤਾਂ ਤੁਹਾਨੂੰ ਕਲਾਸ ਵਾਲੇ ਸਾਰੇ ਵੀਰਾਂ ਨੂੰ ਪਤਾ ਹੀ ਹੈ ਕਿ ਜਦੋਂ ਭਗਤ ਦੇ ਤੱਤੇ ਨਾਲ ਸਿਹਾਰੀ ਹੁੰਦੀ ਹੈ
ਤਾਂ ਉਹਦਾ ਮੀਨਿੰਗ ਹੁੰਦਾ ਹੈ ਭਗਤੀ। ਉਚਾਰਨ ਕਰਨਾ ਹੈ ਭਗਤ, ਲੇਕਿਨ ਮੀਨਿੰਗ ਹੋਏਗਾ ਭਗਤੀ। ਜਦੋਂ ਭਗਤ ਦੇ ਤੱਤੇ ਥੱਲੇ ਔਂਕੜ ਹੋਵੇ ਤਾਂ ਉਹ ਸਿੰਗੂਲਰ ਸ਼ਬਦ ਹੁੰਦਾ ਹੈ, ਇੱਕ ਭਗਤ ਦੀ ਗੱਲ ਹੁੰਦੀ ਹੈ। ਤੇ ਜਦੋਂ ਭਗਤ ਦਾ ਤੱਤਾ ਮੁਕਤਾ ਹੋਵੇ ਉਦੋਂ ਇਹ ਸ਼ਬਦ ਬਹੁਵਚਨੀ ਹੁੰਦਾ ਹੈ, ਬਹੁਤੇ ਭਗਤਾਂ ਦੀ ਗੱਲ ਹੁੰਦੀ ਹੈ। ਇੱਥੇ ਭਗਤ ਦੇ ਤੱਤੇ ਨਾਲ ਸਿਹਾਰੀ ਹੈ, ਜਿਸ ਦਾ ਮੀਨਿੰਗ ਹੈ ਭਗਤੀ। ਪੜਾਂਗੇ ਭਗਤ। ਭਗਤ ਕਰੋ ਪ੍ਰਭ ਕੀ ਨਿਤ ਨੀਤ। ਨਿਤ ਨੀਤ ਦਾ ਮਤਲਬ ਨਿਤ, ਸਦਾ। ਮੈਂ ਸਦਾ ਹੀ ਪ੍ਰਭੂ ਦੀ ਭਗਤੀ ਕਰਦਾ ਰਹਾ। ਭਗਤੀ ਦਾ ਮਤਲਬ ਸੇਵਾ। ਭਗਤੀ ਦਾ ਮਤਲਬ ਰੱਬ ਦੀ ਰਜ਼ਾ ਦੇ ਅੰਦਰ ਮੈਂ ਤੁਰਦਾ ਰਹਾ। ਮੈਂ ਸਦਾ ਹੀ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਵਾਂ। ਮੈਂ ਸਦਾ ਹੀ ਰੱਬੀ ਸੇਵਾ ਦੇ ਵਿੱਚ ਹਾਜ਼ਰ ਹੋਵਾਂ, ਰੱਬ ਦੇ ਨਾਲ ਪ੍ਰੀਤ ਕਰਾਂ, ਗੁਣਾ ਦਾ ਮੈਂ ਧਾਰਨੀ ਹੋਵਾਂ। ਏਕ ਓਟ ਏਕੋ ਆਧਾਰ। ਇੱਕੋ ਹੀ ਮੇਰੀ ਓਟ ਔਰ ਇੱਕੋ ਹੀ ਮੇਰਾ ਆਸਰਾ ਹੈ। ਕਲਮ ਕੱਲੀ ਟੇਕ ਤੇ ਕਲਮ ਕੱਲਾ ਆਸਰਾ। ਯਾਨੀ ਪ੍ਰਭੂ ਦਾ ਜੋ ਨਾਮ ਹੈ, ਹੁਕਮ, ਉਹੀ ਮੇਰਾ ਆਸਰਾ ਹੈ, ਉਹੀ ਮੇਰਾ ਆਧਾਰ ਹੈ। ਰੱਬ ਦੇ ਗੁਣ ਹੀ ਮੇਰਾ ਆਸਰਾ ਨੇ, ਉਹਨਾਂ ਦੇ ਸਹਾਰੇ ਹੀ ਮੈਂ ਜ਼ਿੰਦਗੀ ਜੀ ਰਿਹਾ, ਔਰ ਰੱਬ ਦੇ ਗੁਣ ਹੀ ਮੇਰੇ ਜੀਵਨ ਦਾ ਬੇਸ ਨੇ। ਇਹ ਚੀਜ਼ ਆਪਾਂ ਬਹੁਤ ਵਾਰੀ ਵਿਚਾਰ ਚੁੱਕੇ ਹਾਂ। ਜੈਸੀ ਨੀਂਹ ਹੋਏਗੀ ਵੈਸੀ ਇਮਾਰਤ ਉੱਤੇ ਉਸਰੇਗੀ। ਇਸ ਲਈ ਸਾਡੇ ਗੁਣਾਂ ਦਾ, ਸਾਡੇ ਜੀਵਨ ਦਾ ਜੈਸਾ ਬੇਸ ਹੋਏਗਾ ਵੈਸੀ ਸਾਡੀ ਜ਼ਿੰਦਗੀ ਹੋਏਗੀ। ਜੇ ਸਾਡੀ ਸੋਚ ਦਾ ਬੇਸ ਸੱਚ ਹੈ, ਦਇਆ ਹੈ, ਪ੍ਰੇਮ ਹੈ, ਤਾਂ ਸਾਡੇ ਜੀਵਨ ਦੀ ਉਸ ਸਾਰੀ ਵਰਤੋਂ, ਬੋਲ ਵਿਹਾਰ ਵੀ ਐਸਾ ਹੋਏਗਾ ਤੇ ਉਹਦਾ ਫਲ ਵੀ ਚੰਗਾ ਮਿਲੇਗਾ। ਇਸ ਲਈ ਹੈ ਪ੍ਰਭੂ ਰਹਿਮਤ ਕਰ ਕਿ ਮੇਰੇ ਜੀਵਨ ਦਾ ਓਟ, ਆਸਰਾ, ਆਧਾਰ ਇੱਕ ਤੇਰਾ ਹੁਕਮ, ਤੇਰਾ ਗੁਣ, ਤੇਰਾ ਪਿਆਰ ਬਣ ਜਾਏ। ਨਾਨਕ ਮੰਗੈ ਨਾਮ ਪ੍ਰਭ ਸਾਰ। ਇੱਥੇ ਮਾਗੈ ਨਹੀਂ ਪੜ੍ਹਨਾ, ਜਿਵੇਂ ਮਾਗੈ ਲਿਖਿਆ ਹੈ, ਮੰਗੈ ਪੜ੍ਹਨਾ ਹੈ, ਮੰਗੈ। ਨਾਮ ਪ੍ਰਭ ਸਾਰ। ਸਾਰ ਦਾ ਮਤਲਬ ਤਤ ਵਸਤੂ, ਉਹ ਚੀਜ਼ ਜੋ ਸਭ ਤੋਂ ਉੱਤਮ ਹੈ, ਸਾਰ, ਸ੍ਰੇਸ਼ਟ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਹੇ ਮਾਲਕ, ਮੈਂ ਤੇਰੇ ਤੋਂ ਮੰਗਦਾ ਹਾਂ ਤੇਰਾ ਸ੍ਰੇਸ਼ਟ ਨਾਮ। ਸ੍ਰੇਸ਼ਟ ਨਾਮ ਸਭ ਤੋਂ ਸਿਰਮੌਰ ਕੀਮਤੀ ਹੈ। ਤੇ ਸਭ ਤੋਂ ਕੀਮਤੀ ਸ਼ੈ ਇਸ ਦੁਨੀਆ ਵਿੱਚ ਕੀ ਹੈ? ਹੁਕਮ। ਨਾਮ, ਹੁਕਮ ਸਭ ਤੋਂ ਕੀਮਤੀ ਹੈ। ਕਿਸੇ ਕੀਮਤ ਦੇ ਨਾਲ ਹੁਕਮ ਨੂੰ ਬਦਲਿਆ ਨਹੀਂ ਜਾ ਸਕਦਾ, ਸਿਸਟਮ ਨੂੰ ਬਦਲਿਆ ਨਹੀਂ ਜਾ ਸਕਦਾ। ਔਰ ਜਿੰਨੀਆਂ ਵੀ ਪ੍ਰਾਪਤੀਆਂ ਨੇ ਉਹ ਹੁਕਮ ਤੋਂ ਬਾਹਰ ਨਹੀਂ ਹੋ ਸਕਦੀਆਂ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਜੇ ਜੀਵਨ ਨੂੰ ਸੋਹਣਾ ਬਣਾਉਣਾ ਹੈ, ਜੀਵਨ ਨੂੰ ਸੁਰਗ ਬਣਾਉਣਾ ਹੈ, ਜੀਵਨ ਵਿੱਚ ਸਕਾਰਾਤਮਕਤਾ ਲਿਆਉਣੀ ਹੈ, ਸਫਲਤਾ ਹਾਸਲ ਕਰਨੀ ਹੈ, ਤਾਂ ਫਿਰ ਸਾਨੂੰ ਹੁਕਮ ਦੀ ਪਾਲਣਾ ਕਰਨੀ ਪਵੇਗੀ। ਇਸ ਲਈ ਸਾਡੀ ਜ਼ਿੰਦਗੀ ਦੇ ਅੰਦਰ, ਇਸ ਸੰਸਾਰ ਵਿੱਚ ਜੇ ਕੋਈ ਸਭ ਤੋਂ ਕੀਮਤੀ ਸ਼ੈ ਹੈ ਉਹ ਹੈ ਹੁਕਮ। ਤੇ ਸਭ ਤੋਂ ਮਹਾਨ ਗਿਆਨ ਉਹ ਹੈ ਜੋ ਸਾਨੂੰ ਹੁਕਮ ਦੀ ਸੂਝ ਦੇਵੇ, ਹੁਕਮ ਦੇ ਵਿੱਚ ਜੀਣਾ ਸਿਖਾਏ। ਜਿੰਨੀਆਂ ਵੀ ਆ ਖੋਜਾਂ ਹੋਈਆਂ ਨੇ ਸਭ ਰੱਬੀ ਹੁਕਮ ਦੇ ਅੰਦਰ ਹੋਈਆਂ ਨੇ, ਸਿਸਟਮ ਦੇ ਅੰਦਰ ਹੋਈਆਂ ਨੇ। ਤਾਂ ਹੇ ਮਾਲਕ, ਮੈਂ ਤੇਰੇ ਹੁਕਮ ਦੀ ਯਾਚਨਾ ਕਰਦਾ ਹਾਂ, ਜੋ ਸ੍ਰੇਸ਼ਟ ਹੈ, ਜੋ ਸਾਰ ਹੈ, ਜੋ ਮਹਾਨ ਹੈ, ਕਿ ਮੈਨੂੰ ਤੇਰੇ ਹੁਕਮ ਦੀ ਸਮਝ ਆ ਜਾਏ ਔਰ ਮੈਂ ਤੇਰੇ ਹੁਕਮ ਮੁਤਾਬਕ ਜ਼ਿੰਦਗੀ ਜੀ ਸਕਾਂ। ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ। ਪ੍ਰਭੂ ਦੀ ਮਿਹਰ ਨਾਲ ਮਹਾਨ ਸੁਖ ਹੁੰਦਾ ਹੈ। ਮਹਾਨ ਵੱਡਾ ਸੁਖ ਪ੍ਰਭੂ ਦੀ ਮਿਹਰ ਦੇ ਨਾਲ ਮਿਲਦਾ ਹੈ। ਯਾਨੀ ਜੇ ਅਸੀਂ ਰੱਬ ਦੀ ਮਿਹਰ ਦੇ ਪਾਤਰ ਬਣ ਜਾਈਏ ਤਾਂ ਜੀਵਨ ਦੇ ਅੰਦਰ ਸੁਖ ਮਿਲ ਸਕਦਾ ਹੈ। ਮਹਾਨ ਵੱਡਾ ਸੁਖ, ਅਮਿਣਵਾ ਸੁਖ, ਅਮੁਕਵਾ ਸੁਖ, ਜਿਸ ਨੇ ਕਦੇ ਮੁੱਕਣਾ ਹੀ ਨਹੀਂ। ਅਮੁਕ, ਅਮਿਣਵਾ, ਜਿਸ ਨੂੰ ਕਦੇ ਮਿਣਿਆ ਤੋਲਿਆ ਨਹੀਂ ਜਾ ਸਕਦਾ, ਉਹ ਸੁਖ ਸਾਨੂੰ ਮਿਲ ਸਕਦਾ ਹੈ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਰੱਬ ਦੀ ਰਹਿਮਤ ਦੁਆਰਾ। ਹੁਣ ਰਹਿਮਤ ਦੇ ਪਾਤਰ ਅਸਾਂ ਬਣਨਾ ਹੈ, ਕਿਰਪਾ ਦੇ ਪਾਤਰ ਅਸਾਂ ਬਣਨਾ ਹੈ। ਜਿੰਨਾ ਸਾਡਾ ਪਾਤਰ ਹੋਏਗਾ ਉਨੀ ਸ਼ੈ ਉਹਦੇ ਵਿੱਚ ਪੈ ਜਾਏਗੀ। ਜਿਵੇਂ ਕਈ ਵਾਰ ਵਿਚਾਰ ਕਰ ਚੁੱਕੇ ਆ ਨਾ ਕਿ ਸਮੁੰਦਰ ਤੇ ਜਾਓ ਤੇ ਪਾਣੀ ਜਿੰਨਾ ਮਰਜ਼ੀ ਲੈ ਆਓ, ਪਰ ਮਿਲੇਗਾ ਉਹਨਾਂ ਜਿੰਨਾ ਬਰਤਨ ਲੈ ਕੇ ਗਏ ਹੋ। ਜੇ ਚਮਚਾ ਲੈ ਗਏ, ਚਮਚਾ ਭਰ ਲਓ, ਕਿਸੇ ਕੋਲ ਕੌਲੀ ਹੈ, ਕੌਲੀ ਭਰ ਲੈ, ਡੋਲੂ ਹੈ, ਡੋਲੂ ਭਰ ਲੈ, ਡਰਮ ਹੈ, ਡਰਮ ਭਰ ਲਵੇ। ਹੁਣ ਓਨਾ ਹੀ ਭਰ ਸਕੇਗਾ ਨਾ ਜਿੰਨਾ ਉਹਦੇ ਕੋਲ ਬਰਤਨ ਹੈ।
ਇਸ ਲਈ ਰੱਬ ਦੀ ਰਹਿਮਤ ਅਮਿਣਵੀਂ ਹੈ, ਅਮੁੱਕ ਹੈ। ਸੁੱਖ ਇਸ ਦੁਨੀਆ ਵਿੱਚ ਅਮੁੱਕ ਨੇ, ਅਮਿਣਵੇਂ ਨੇ। ਪਦਾਰਥ ਹਰ ਸ਼ੈ ਇਸ ਦੁਨੀਆ ਵਿੱਚ ਅਮਿਣਵੀਂ ਹੈ, ਅਮੁੱਕ ਹੈ। ਗਿਆਨ ਹੈ, ਅਮਿਣਵਾ ਹੈ। ਹੁਣ ਮਿਲੇਗਾ ਤੇ ਉਹਨਾਂ ਨਾਲ ਜਿੰਨਾ ਬਰਤਨ ਹੋਏਗਾ, ਜਿੰਨੀ ਕੁ ਰਿਕੁਆਇਰਮੈਂਟ ਪੂਰੀ ਕਰਾਂਗੇ, ਜਿੰਨੀ ਕੁ ਮੈਂ ਕਿਰਤ ਕਰਾਂਗਾ ਉਨੇ ਕੁ ਪੈਸੇ ਮਿਲ ਜਾਣਗੇ। ਮਿਲਣਗੇ ਉਹਨੇ ਨਾ ਜਿੰਨਾ ਮੈਂ ਕੰਮ ਕਰਾਂਗਾ, ਜ਼ਿਆਦਾ ਨਹੀਂ। ਜ਼ਿਆਦਾ ਠੱਗੀਆਂ ਤੇ ਬੰਦਾ ਮਾਰ ਸਕਦਾ ਹੋਏ ਇੱਕ ਵੱਖਰੀ ਗੱਲ ਹੈ, ਤੇ ਠੱਗੀਆਂ ਵੀ ਉਨੀਆਂ ਵੱਜਣਗੀਆਂ ਜਿੰਨੀਆਂ ਕੁ ਮਾਰੋਗੇ। ਜੇ ਛੋਟੀ ਠੱਗੀ ਮਾਰੋਗੇ ਛੋਟੀ, ਵੱਡੀ ਮਾਰੋਗੇ ਵੱਡਾ। ਛੋਟੀ ਠੱਗੀ ਦਾ ਜਦੋਂ ਫਲ ਮਿਲੇਗਾ, ਸਜ਼ਾ ਥੋੜਾ ਛੋਟਾ ਮਿਲ ਜਾਏਗਾ, ਵੱਡੀ ਦਾ ਵੱਡਾ ਮਿਲ ਜਾਏਗਾ। ਕਿਰਤ ਕਰਨੀ ਹੈ ਤਾਂ ਜਿਹੜਾ ਜਿੰਨਾ ਅਸੀਂ ਪਾਤਰ ਬਣਾਂਗੇ ਨਾ, ਉਹਨਾਂ ਕੁਛ ਮਿਲੇਗਾ। ਇਸ ਦੁਨੀਆ ਵਿੱਚ ਅਨੰਤ ਗਿਆਨ ਹੈ, ਤੇ ਗਿਆਨ ਵਾਸਤੇ ਜਿੰਨਾ ਟਰਾਈ ਕਰੋਗੇ, ਜਿੰਨਾ ਯਤਨ ਕਰੋਗੇ, ਉਹਨਾਂ ਗਿਆਨ ਹਾਸਲ ਕਰ ਲਓ। ਕੋਈ ਅੰਤ ਨਹੀਂ ਹੈ। ਇਸ ਦੁਨੀਆ ਵਿੱਚ ਪਿਆਰ ਹੈ। ਇਹ ਦੁਨੀਆ ਤੋਂ ਸਤਿਕਾਰ ਪਾਣਾ ਹੈ ਨਾ, ਜਿੰਨਾ ਮਰਜ਼ੀ ਪਾ ਲਓ, ਪਰ ਸਤਿਕਾਰ ਉਹਨਾਂ ਕੁ ਮਿਲੇਗਾ ਜਿੰਨਾ ਕੁ ਬਰਤਨ ਹੈ। ਜਿੰਨੇ ਕੁ ਤੁਹਾਡੇ ਵਿੱਚ ਗੁਣ ਨੇ, ਜਿੰਨੀ ਯੋਗਤਾ ਹੈ ਸਤਿਕਾਰ ਦੀ, ਉਹਨਾਂ ਕੁ ਮਿਲੇਗਾ ਨਾ। ਹੁਣ ਜਿੰਨੀ ਕੁ ਮੈਂ ਬਾਣੀ ਦੀ ਵਿਚਾਰ ਕਰ ਸਕਣਾ, ਮੈਨੂੰ ਉਹਨਾਂ ਕੁ ਸਤਿਕਾਰ ਮਿਲ ਜਾਂਦਾ ਹੈ। ਲੇਕਿਨ ਜਿਹੜੇ ਹੁਣ ਵੱਡੇ ਵੱਡੇ ਵਿਦਵਾਨ ਨੇ, ਉਹਨਾਂ ਨੂੰ ਉਹਨਾਂ ਵੱਡਾ ਮਿਲ ਜਾਂਦਾ ਹੈ। ਜੇ ਮੈਂ ਇਹ ਗੱਲ ਕਰਾਂ ਤਾਂ ਸਤਿਕਾਰ ਉਹਨਾਂ ਕੁ ਮਿਲਿਆ ਨਾ ਜਿੰਨੀ ਕਿਸੇ ਦੀ ਮਿਹਨਤ ਹੋਏਗੀ। ਇਸ ਸੰਸਾਰ ਦੇ ਵਿੱਚੋਂ ਪਿਆਰ ਸਤਿਕਾਰ ਉਹਨਾਂ ਕੁ ਮਿਲੇਗਾ ਨਾ ਜਿੰਨੇ ਕੁ ਅਸੀਂ ਕੰਮ ਕਰਾਂਗੇ ਚੰਗੇ। ਜੇ ਛੋਟੇ ਛੋਟੇ ਚੰਗੇ ਕੰਮ ਕਰਨਾ, ਛੋਟਾ ਜਿਹਾ ਸਤਿਕਾਰ ਮਿਲ ਜਾਏਗਾ, ਮਿਲੇਗਾ ਜ਼ਰੂਰ। ਜੇ ਵੱਡਾ ਕੋਈ ਪ੍ਰਾਪਤੀ ਕਰਦੇ ਆ ਤਾਂ ਵੱਡਾ ਸਤਿਕਾਰ ਮਿਲੇਗਾ। ਜੇ ਕੋਈ ਸਾਇੰਟਿਸਟ ਹੈ, ਕੋਈ ਵੱਡੀ ਖੋਜ ਕਰਦਾ ਹੈ, ਤਾਂ ਉਹਨੂੰ ਵੱਡਾ ਸਤਿਕਾਰ ਉਨਾ ਹੀ ਮਿਲਦਾ ਹੈ। ਰਾਜਨੀਤੀ ਵਿੱਚ ਜੇ ਕੋਈ ਚੰਗਾ ਕੰਮ ਵੱਡਾ ਕਰਦਾ ਹੈ ਤਾਂ ਉਹਨੂੰ ਸਤਿਕਾਰ ਮਿਲਦਾ ਹੈ। ਸਮਾਜ ਵਿੱਚ ਜੇ ਕੋਈ ਚੰਗਾ ਕੰਮ ਕਰਦਾ ਉਹਨੂੰ ਸਤਿਕਾਰ ਮਿਲਦਾ ਹੈ। ਹੁਣ ਜਿੰਨਾ ਮਰਜ਼ੀ ਪਾ ਲਓ ਸਤਿਕਾਰ, ਪਿਆਰ ਜਿੰਨਾ ਮਰਜ਼ੀ ਲੋਕਾਂ ਤੋਂ ਪਾ ਲਓ, ਪਰ ਮਿਲੇਗਾ ਤਾਂ ਨਾ ਜੇ ਨਿਮਰਤਾ ਹੋਏਗੀ, ਜੇ ਦੂਜੇ ਦੇ ਸੁੱਖ ਦੁੱਖ ਵਿੱਚ ਸ਼ਾਮਲ ਹੋਵਾਂਗੇ। ਹੁਣ ਘਸੁੰਨ ਵੱਟ ਕੇ ਫਿਰਿਆ ਤੇ ਸੰਸਾਰ ਚ ਪਿਆਰ ਨਹੀਂ ਨਾ ਮਿਲਣਾ। ਤਾਂ ਗੁਰੂ ਜੀ ਕਹਿੰਦੇ ਨੇ, ਪ੍ਰਭੂ ਦੀ ਦ੍ਰਿਸ਼ਟੀ ਦੇ ਅੰਦਰ, ਪ੍ਰਭੂ ਦੀ ਰਜ਼ਾ ਵਿੱਚ ਤੁਰਿਆ, ਉਹਦੀ ਰਹਿਮਤ ਰਾਹੀਂ ਮਹਾਨ ਵੱਡੇ ਸੁੱਖ ਮਿਲਦੇ ਨੇ। ਜੇ ਪ੍ਰਭੂ ਦੀ ਰਹਿਮਤ ਵਿੱਚ ਤੁਰਿਆ ਜਾਏ, ਉਹਦੀ ਦ੍ਰਿਸ਼ਟੀ ਵਿੱਚ, ਉਹਦੇ ਹੁਕਮ ਵਿੱਚ ਤੁਰਿਆ ਜਾਏ। ਹਰ ਰਸ ਪਾਵੇ ਬਿਰਲਾ ਕੋਏ। ਜੋ ਹਰੀ ਦਾ ਰਸ ਹੈ ਨਾ, ਇਹ ਕੋਈ ਵਿਰਲਾ ਪਾਉਂਦਾ ਹੈ। ਤੇ ਦੇਖੋ ਜਿਹੜਾ ਵਿਰਲਾ ਹੈ ਨਾ, ਉਹਦੇ ਵਿੱਚ ਤੁਸੀਂ ਵੀ ਹੋ ਸਕਦੇ ਹੋ, ਮੈਂ ਵੀ ਹੋ ਸਕਦਾ, ਉਹਦੇ ਵਿੱਚ ਜਿੰਨੇ ਮਰਜ਼ੀ ਹੋ ਸਕਦੇ ਨੇ। ਵਿਰਲਾ ਕੌਣ? ਜਿਹੜਾ ਬੰਦਾ ਅਮਲ ਕਰੇਗਾ। ਦੇਖੋ ਰਸ ਮੰਨਣਾ ਹੈ, ਚੀਜ਼ਾਂ ਨਾ ਸਮਝਣ ਵਾਲੀਆਂ ਨੇ, ਦੁਨਿਆਵੀ ਮਿਸਾਲਾਂ ਨਾਲ ਸਾਨੂੰ ਸਮਝ ਆ ਜਾਂਦੀਆਂ ਨੇ। ਹੁਣ ਇੱਕ ਮਾਤਾ ਨੇ ਸਬਜ਼ੀ ਬਣਾਈ ਹੈ, ਤੇ ਉਹ ਆਪਣੇ ਬੇਟੇ ਨੂੰ ਕਹਿੰਦੀ, ਬੇਟਾ ਵੇਖ ਜਰਾ ਲੂਣ ਮਿਰਚ ਪੂਰਾ ਹੈ। ਤੇ ਬੇਟਾ ਕਹਿੰਦਾ, ਬੇਬੇ ਤੂੰ ਬਣਾਈ ਤੇਰੇ ਸਾਹਮਣੇ ਤੇ ਹੈ ਸਬਜ਼ੀ, ਤੈਨੂੰ ਨਹੀਂ ਪਤਾ? ਉਹ ਕਹਿੰਦੀ, ਬੇਟਾ ਨਹੀਂ ਮੈਂ ਚੱਖੀ ਨਹੀਂ, ਤਾਂ ਨਹੀਂ ਨਾ ਮੈਨੂੰ ਪਤਾ। ਬੇਸ਼ੱਕ ਮਾਤਾ ਨੇ ਸਬਜ਼ੀ ਬਣਾਈ ਹੈ, ਪਰ ਮਾਤਾ ਨੂੰ ਨਹੀਂ ਪਤਾ ਵੀ ਲੂਣ ਮਿਰਚ ਘੱਟ ਵੱਧ ਅੰਦਾਜ਼ੇ ਨਾਲ ਪਾਇਆ ਨਾ, ਸਵਾਦ ਹੈ ਕਿ ਬੇਸਵਾਦੀ। ਬੇਟਾ ਫਿਰ ਚੱਕ ਕੇ ਦੱਸਦਾ, ਮਾਤਾ ਥੋੜਾ ਲੂਣ ਘੱਟ ਹੈ ਜਾਂ ਪੂਰਾ ਹੈ, ਜੋ ਵੀ। ਹੁਣ ਉਹਨੂੰ ਪਤਾ ਲੱਗ ਗਿਆ ਕਿਉਂਕਿ ਉਹਨੇ ਚੱਖੀ ਹੈ। ਸਬਜ਼ੀ ਬੇਸ਼ੱਕ ਬਣਾਉਣ ਵਾਲਾ ਹੈ ਕੋਈ, ਜੇਕਰ ਉਹਨੂੰ ਚੱਖਦਾ ਨਹੀਂ ਤਾਂ ਉਹਨੂੰ ਰਸ ਨਹੀਂ ਆਏਗਾ, ਉਹਨੂੰ ਸਵਾਦ ਨਹੀਂ ਆਏਗਾ। ਸਵਾਦ ਉਹਨੂੰ ਆਏਗਾ ਜਿਹੜਾ ਚੱਖੇਗਾ। ਹਰੀ ਦਾ ਰਸ ਇਹ ਕੌਣ ਪਾਏਗਾ? ਦੇਖੋ ਰਸ ਕਿਹਦੇ ਚ ਆਉਣਾ? ਰੱਬੀ ਗੁਣ ਨੇ ਨਾ। ਤੇ ਸੱਚ ਦਾ ਰਸ ਕਿਹਨੂੰ ਆਏਗਾ? ਜਿਹੜਾ ਸੱਚ ਬੋਲੇਗਾ। ਉਹਨੂੰ ਜਦੋਂ ਅਸੀਂ ਸੱਚਾ ਵਿਹਾਰ ਕਰਾਂਗੇ ਆਪਸ ਵਿੱਚ, ਤੇ ਸੱਚੇ ਵਿਹਾਰ ਦਾ ਜਿਹੜਾ ਰਿਜ਼ਲਟ ਸੁੱਖ ਨਿਕਲੇਗਾ, ਤਾਂ ਹੀ ਮਾਣਾਂਗੇ ਨਾ, ਜੇ ਸੱਚਾ ਵਿਹਾਰ ਕਰਾਂਗੇ। ਜੇ ਘਰ ਵਿੱਚ ਇੱਕ ਦੂਜੇ ਨਾਲ ਪਿਆਰ ਮੁਹੱਬਤ ਨਾਲ ਰਹਾਂਗੇ, ਤਾਂ ਪਿਆਰ ਮੁਹੱਬਤ ਦੇ ਨਾਲ ਰਹਿਣ ਨਾਲ ਜਿਹੜਾ ਸੁੱਖ ਮਿਲਣਾ ਤਾਂ ਹੀ ਮਿਲੇਗਾ ਨਾ, ਜੇ ਪਿਆਰ ਮੁਹੱਬਤ ਦੇ ਨਾਲ ਰਵਾਂਗੇ। ਤਾਂ ਗੁਰੂ ਜੀ ਕਹਿੰਦੇ ਨੇ, ਕੋਈ ਵਿਰਲੇ ਨੇ ਜਿਹੜੇ ਰੱਬੀ ਗੁਣਾਂ ਨੂੰ ਅਮਲ ਵਿੱਚ ਲਿਆ ਕੇ ਉਹਦਾ ਸੁੱਖ ਮਾਣਦੇ ਨੇ, ਉਹਦਾ ਰਸ ਮਾਣਦੇ ਨੇ। ਜਿਨ ਚਾਖਿਆ ਸੇ ਜਨ ਤ੍ਰਿਪਤਾਂ ਨੇ। ਜਿਨ ਚਾਖਿਆ, ਜਿਨ੍ਹਾਂ ਨੇ ਚੱਖਿਆ, ਉਹ ਇਨਸਾਨ ਫਿਰ ਤ੍ਰਿਪਤ ਹੋ ਗਏ, ਉਹ ਮਾਇਆ ਵੱਲੋਂ ਰੱਜ ਗਏ। ਉਹਨਾਂ ਦੀ ਨਿਸ਼ਾਨੀ ਹੈ, ਜਿਨ੍ਹਾਂ ਨੇ ਚੱਖ ਲਿਆ ਨਾ, ਉਹ ਫਿਰ ਵਿਕਾਰਾਂ ਵੱਲੋਂ ਰੱਜ ਗਏ, ਮਾਇਆ ਵੱਲੋਂ ਰੱਜ ਗਏ, ਫਿਰ ਉਹਨਾਂ ਨੂੰ ਭੁੱਖ ਨਹੀਂ ਲੱਗਦੀ। ਮਿਸਾਲ ਵਜੋਂ ਕੋਈ ਬੰਦਾ ਈਰਖਾ, ਦਵੇਸ਼, ਵੈਰ ਵਿਰੋਧ ਵਾਲੀ ਜ਼ਿੰਦਗੀ ਜੀ ਰਿਹਾ ਸੀ, ਤੇ ਉਸ ਬੰਦੇ ਨੂੰ ਇਹਦੇ ਵਿੱਚੋਂ ਰਸ ਆਉਂਦਾ ਸੀ,
ਥੋੜ ਚਿਰਾ। ਲੇਕਿਨ ਉਸ ਬੰਦੇ ਨੇ ਇਹਨਾਂ ਚੀਜ਼ਾਂ ਨੂੰ ਛੱਡ ਦਿੱਤਾ ਤੇ ਸਚਾਈ ਔਰ ਪਿਆਰ ਮੁਹੱਬਤ ਵਾਲੀ ਜ਼ਿੰਦਗੀ ਜੀਵੀ ਤੇ ਉਹਨੂੰ ਸੁੱਖ ਮਿਲਿਆ ਮਹਾਨ। ਫਿਰ ਉਹਨੂੰ ਸਮਝ ਆਈ ਕਿ ਯਾਰ ਇੰਨਾ ਸੁੱਖ ਪਿਆਰ ਵਿੱਚ, ਸੱਚੀ ਜ਼ਿੰਦਗੀ ਵਿੱਚ ਇੰਨਾ ਸੁੱਖ ਹੈ। ਤਾਂ ਉਹ ਰੱਜ ਗਿਆ, ਫਿਰ ਤ੍ਰਿਪਤ ਹੋ ਗਿਆ। ਹੁਣ ਉਹ ਵਿਕਾਰ ਨਹੀਂ ਕਮਾਏਗਾ, ਝੂਠ ਨਹੀਂ ਬੋਲੇਗਾ, ਈਰਖਾ ਨਹੀਂ ਕਰੇਗਾ। ਉਹਨੂੰ ਸਮਝ ਆ ਗਈ ਕਿ ਜਿਹੜੇ ਸ਼ੁਭ ਗੁਣ ਨੇ, ਰੱਬੀ ਰਜ਼ਾ ਵਾਲੀ ਜ਼ਿੰਦਗੀ ਹੈ, ਗੁਰਬਾਣੀ ਵਾਲੀ ਜ਼ਿੰਦਗੀ ਹੈ, ਗੁਰਬਾਣੀ ਦਾ ਦਿੱਤਾ ਵੇ ਆਫ ਲਾਈਫ ਜੋ ਹੈ ਬੜਾ ਮਹਾਨ ਹੈ, ਉਹਦੇ ਵਰਗੀ ਦੁਨੀਆ ਦੀ ਕੋਈ ਸ਼ੈ ਹੈ ਹੀ ਨਹੀਂ। ਤਾਂ ਫਿਰ ਉਹ ਵਿਕਾਰਾਂ ਵੱਲੋਂ, ਮਾਇਆ ਵੱਲੋਂ, ਤ੍ਰਿਸ਼ਨਾ ਵੱਲੋਂ ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ, ਜਿਹੜਾ ਰੱਬੀ ਗੁਣਾਂ ਨੂੰ ਅਮਲ ਵਿੱਚ ਲਿਆ ਕੇ ਉਹਦਾ ਆਨੰਦ ਮਾਣਦਾ। ਤੇ ਉਹ ਫਿਰ ਪੂਰਨ ਪੁਰਖ ਨਹੀਂ ਡੋਲਾਨੇ। ਐਸੇ ਜੋ ਮਨੁੱਖ ਨੇ ਪੂਰਨ ਹੋ ਜਾਂਦੇ ਨੇ, ਉਹਨਾਂ ਵਿੱਚ ਅਧੂਰਾਪਨ ਨਹੀਂ ਰਹਿੰਦਾ। ਉਹ ਫਿਰ ਡਿੱਕੇ ਡੋਲੇ ਨਹੀਂ ਖਾਂਦੇ, ਡੋਲਦੇ ਨਹੀਂ ਹੈ। ਜਿੰਨੀਆਂ ਮਰਜ਼ੀ ਔਂਕੜਾਂ ਆ ਜਾਣ ਫਿਰ ਉਹ ਘੁਮਾਉਂਦੇ ਨੇ। ਫਿਰ ਉਹ ਸੱਚ ਨੂੰ ਛੱਡਦੇ ਨਹੀਂ, ਨਾ ਕਿਸੇ ਲਾਲਚ ਕਰਕੇ, ਨਾ ਕਿਸੇ ਡਰ ਕਰਕੇ। ਛੋਟੇ ਸਾਹਿਬਜ਼ਾਦਿਆਂ ਦੇ ਸਾਹਮਣੇ ਕਿਹੜਾ ਵੱਡਾ ਲਾਲਚ ਰੱਖਿਆ ਜਾ ਰਿਹਾ ਹੈ ਕਿ ਤੁਹਾਨੂੰ ਰਾਜੇ ਬਾਦਸ਼ਾਹ ਬਣਾ ਦੇਾਂਗੇ, ਸੋਹਣੀਆਂ ਸੋਹਣੀਆਂ ਬੇਗਮਾਂ ਤੁਹਾਡੀਆਂ ਪਤਨੀਆਂ ਹੋਣਗੀਆਂ, ਆਉਣ ਵਾਲੀਆਂ ਪੀੜ੍ਹੀਆਂ ਤੁਹਾਡੀਆਂ ਆਨੰਦ ਮਾਣਨਗੀਆਂ ਬਾਦਸ਼ਾਹੀ ਦਾ। ਕਿੱਡਾ ਵੱਡਾ ਲਾਲਚ। ਪਰ ਕਿਤੇ ਉਹ ਡੋਲੇ ਨੇ। ਤੇ ਫਿਰ ਡਰਾਇਆ ਗਿਆ ਕਿ ਤੁਹਾਨੂੰ ਨੀਹਾਂ ਵਿੱਚ ਚਿਣ ਦਿਆਂਗੇ, ਤੁਹਾਨੂੰ ਕਤਲ ਕਰ ਦਿਆਂਗੇ, ਮਾਰ ਦਿਆਂਗੇ। ਕੀ ਉਹ ਡਰੇ? ਨਾ ਉਹ ਡਰੇ, ਨਾ ਉਹ ਡੋਲੇ। ਔਰ ਉਹਨਾਂ ਨੇ ਅਜਮਾ ਕੇ ਦੇਖ ਲਿਆ, ਨੀਹਾਂ ਦੇ ਵਿੱਚ ਚਿਣ ਕੇ ਵੇਖ ਲਿਆ, ਲੇਕਿਨ ਉਹ ਡਰੇ ਨਹੀਂ, ਡੋਲੇ ਨਹੀਂ। ਤਾਂ ਜਿਹੜੇ ਰੱਬੀ ਗੁਣਾਂ ਦੇ ਆਨੰਦ ਨੂੰ ਮਾਣਦੇ ਨੇ ਨਾ, ਫਿਰ ਉਹ ਪੂਰਨ ਹੋ ਜਾਂਦੇ ਨੇ। ਫਿਰ ਉਹ ਕਦੇ ਡੋਲਦੇ ਨਹੀਂ, ਫਿਰ ਉਹ ਜੀਵਨ ਦੇ ਅੰਦਰ ਦੁੱਖਾਂ ਸੁੱਖਾਂ ਤੋਂ ਘਾਬਰਦੇ ਨਹੀਂ। ਸੁਭਾਰ ਭਰੇ ਪ੍ਰੇਮ ਰਸ ਰੰਗ। ਸੁਪੜਾ ਇਸ ਨੂੰ ਸੁਭਾਰ, ਸੁਭਾਰ ਦਾ ਮਤਲਬ ਚੰਗੀ ਤਰ੍ਹਾਂ, ਨੱਕੋ ਨੱਕ। ਪ੍ਰੇਮ ਰਸ ਰੰਗ ਦਾ ਮਤਲਬ ਪ੍ਰੇਮ ਰਸ ਦੇ ਰੰਗ ਦੇ ਨਾਲ, ਮੌਜ ਦੇ ਨਾਲ। ਪ੍ਰੇਮ ਰਸ ਰੰਗ ਦਾ ਮੀਨਿੰਗ ਹੋਏਗਾ ਪ੍ਰੇਮ ਦੇ ਸਵਾਦ ਦੀ ਮੌਜ। ਸੁਪਰ ਦਾ ਮਤਲਬ ਨਕਾ ਨਕ। ਪ੍ਰਭੂ ਪਿਆਰ ਦੀ ਸਵਾਦ ਦੀ ਮੌਜ ਵਿੱਚ ਉਹ ਨਕਾ ਨਕ ਭਰੇ ਰਹਿੰਦੇ ਨੇ। ਯਾਨੀ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਪ੍ਰਭੂ ਦੇ ਗੁਣਾਂ ਦਾ ਪ੍ਰੇਮ, ਰੱਬ ਦੀ ਰਜ਼ਾ ਦਾ ਪ੍ਰੇਮ, ਰੱਬੀ ਪ੍ਰੇਮ ਦੇ ਅੰਦਰ ਉਹ ਰੰਗੇ ਹੋਏ ਨੇ। ਤੇ ਉਹਨਾਂ ਦੇ ਅੰਦਰ ਕੇਵਲ ਪ੍ਰੇਮ ਹੀ ਪ੍ਰੇਮ ਹੈ, ਪ੍ਰੇਮ ਦੇ ਨਾਲ ਭਰੇ ਹੋਏ ਨੇ ਨਕਾ ਨਕ। ਉਹਨਾਂ ਦੇ ਅੰਦਰ ਇੱਕ ਤੁਬਕਾ ਵੀ ਈਰਖਾ ਦਾ ਸਮਾਨ ਵਾਸਤੇ ਜਗ੍ਹਾ ਨਹੀਂ ਹੈ। ਉਹਨਾਂ ਦੇ ਅੰਦਰ ਵੈਰ ਵਿਰੋਧ ਵਾਸਤੇ ਥਾਂ ਨਹੀਂ ਹੈ। ਉਹਨਾਂ ਦੇ ਅੰਦਰ ਤੇ ਆਵਾਜ਼ ਆ ਰਹੀ ਹੈ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਰਾਜਨ। ਉਹਨਾਂ ਦੇ ਤੌਰ ਅੰਦਰ ਤੋਂ ਆਵਾਜ਼ ਆ ਰਹੀ ਹੈ, ਨਾ ਕੋ ਮੇਰਾ ਦੁਸ਼ਮਨ ਰਹਿਆ, ਨਾ ਹਮ ਕਿਸਕੇ ਬੈਰਾਈ, ਬ੍ਰਹਮ ਪਸਾਰ ਪਸਾਰਿਓ ਪੀਤਰ, ਸਤਿਗੁਰ ਤੇ ਸੋਝੀ ਪਾਈ। ਉਹ ਤਾਂ ਭਾਈ ਕਨਈਏ ਦੀ ਤਰ੍ਹਾਂ ਚਾਰ ਚੁਫੇਰੇ ਪਾਣੀ ਪਿਲਾ ਰਹੇ ਨੇ ਔਰ ਜ਼ਖਮੀਆਂ ਦੇ ਜ਼ਖਮਾਂ ਦੇ ਉੱਤੇ ਮਰਮ ਲਗਾ ਰਹੇ ਨੇ। ਯਾਨੀ ਫਿਰ ਜੋ ਇਸ ਨਾਮ ਰਸ ਨੂੰ, ਪ੍ਰੇਮ ਰਸ ਨੂੰ ਚਖ ਲੈਂਦੇ ਨੇ, ਉਹ ਇਸ ਮੌਜ ਦੇ ਅੰਦਰ ਨਕਾ ਨਕ ਭਰੇ ਰਹਿੰਦੇ ਨੇ। ਉਹਨਾਂ ਦੀ ਜ਼ਿੰਦਗੀ ਵਿੱਚ ਸਿਰਫ ਪ੍ਰੇਮ ਹੀ ਪ੍ਰੇਮ ਹੁੰਦਾ ਹੈ। ਉਪਜੈ ਚਾਓ ਸਾਧ ਕੈ ਸੰਗ, ਗੁਰੂ ਦੀ ਸ਼ਰਨ ਦੇ ਅੰਦਰ ਉਹਨਾਂ ਦੇ ਅੰਦਰ ਚਾਹ ਪੈਦਾ ਹੁੰਦਾ ਹੈ, ਚੜ੍ਹਦੀ ਕਲਾ। ਗੁਰੂ ਦੀ ਸ਼ਰਨ ਵਿੱਚ ਜੋ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ, ਜਿਸ ਨੇ ਆਪਣੀ ਮੱਤ ਦਾ ਤਿਆਗ ਕਰਕੇ ਗੁਰੂ ਦੀ ਮੱਤ ਦਾ ਜੋ ਧਾਰਨੀ ਹੋ ਗਿਆ, ਉਹਦੀ ਜ਼ਿੰਦਗੀ ਦੇ ਅੰਦਰ ਫਿਰ ਚਾਹ ਪੈਦਾ ਹੁੰਦਾ ਹੈ, ਚੜ੍ਹਦੀ ਕਲਾ। ਹਰ ਤੀਜੜੀ ਲਾਉ ਮਨ ਚਾਉ ਪਿਆ, ਬੈਰਾਗੀਆ ਬਲਰਾਮ ਜੀ। ਚਾਹ, ਚੜ੍ਹਦੀ ਕਲਾ। ਉਹਦੇ ਅੰਦਰ ਸਕਾਰਾਤਮਕ ਸੋਚ ਹੈ, ਉਹਦੇ ਅੰਦਰ ਨੈਗੇਟਿਵਿਟੀ ਨਹੀਂ ਹੈ, ਨਾ ਉਹਦੇ ਅੰਦਰ ਇਨਫੀਰੀਅਰਿਟੀ ਕੰਪਲੈਕਸ, ਨਾ ਉਹਦੇ ਅੰਦਰ ਸੁਪਰੀਅਰਿਟੀ ਕੰਪਲੈਕਸ। ਉਹ ਚੜ੍ਹਦੀ ਕਲਾ ਦੇ ਅੰਦਰ ਪੋਜ਼ਿਟਿਵ, ਸਕਾਰਾਤਮਕ ਔਰ ਸ਼ੁਭ ਗੁਣਾਂ ਲਈ, ਪਿਆਰ ਲਈ, ਸੇਵਾ ਲਈ ਉਤਸ਼ਾਹ ਉਹਨਾਂ ਦੀ ਜ਼ਿੰਦਗੀ ਵਿੱਚ ਹੁੰਦਾ ਹੈ। ਨਕਾਰਾਤਮਕ ਸੋਚ ਤਾਂ ਉਹਨਾਂ ਦੇ ਜੀਵਨ ਦੇ ਅੰਦਰ ਹੁੰਦੀ ਹੀ ਨਹੀਂ, ਸੋਚ ਹੀ ਨਹੀਂ ਅੰਦਰ ਹੁੰਦੀ, ਖਿਆਲ ਵੀ ਨਹੀਂ ਸੋਚਦਾ। ਉਪਜੇ ਚਾਓ ਸਾਧ ਕੇ ਸੰਗ, ਪਰੇ ਸਰਨ ਆਨ ਸਭ ਤਿਆਗ। ਹੋਰ ਸਾਰੇ ਆਸਰੇ ਛੱਡ ਕੇ ਉਹ ਪ੍ਰਭੂ ਦੀ ਸ਼ਰਨ ਵਿੱਚ ਹੀ ਆ ਪੈਂਦੇ ਨੇ। ਪਰੇ ਸਰਨ, ਰੱਬ ਦੀ ਸ਼ਰਨ ਵਿੱਚ ਪੈ ਗਏ। ਆਨ ਸਭ ਤਿਆਗ,
होर सब कुछ त्याग के, सारा कुछ, वरत नराते, तीर्थ यात्रावां, मड़ियां कबरां, पीर बाबे, जाप तप संयम, माला फेरनियां, समाधियां लानियां और ਧੂਪ ਬੱਤੀਆਂ ਤੇ ਦੂਜੇ ਤੀਜੇ ਜੋ ਵੀ ਨੇ ਜਿੰਨੇ ਵੀ ਕਰਮ ਕਾਂਡ ਨੇ, ਤਿਆਗ ਸ਼ਿਆਗ ਬਾਬੇ ਵਗੈਰਾ ਸਾਰਿਆਂ ਨੂੰ ਤਿਆਗ ਕੇ, ਆਨ ਸਭ, ਆਨ ਦਾ ਮਤਲਬ ਹੋਰ ਸਭ ਕੁਛ ਹੀ ਆ ਗਿਆ ਨਾ ਵਿੱਚ, ਪਰ ਇਹ ਸਰਨ ਨੂੰ ਰੱਬ ਦੀ ਸ਼ਰਨ ਵਿੱਚ ਪੈ ਗਿਆ, ਰੱਬ ਦੀ ਰਜ਼ਾ ਵਿੱਚ ਤੁਰਦੇ ਨੇ, ਗੁਰੂ ਦੇ ਆਸ਼ੇ ਅਨੁਸਾਰ ਜ਼ਿੰਦਗੀ ਜੀਂਦੇ ਨੇ, ਬਾਕੀ ਸਭ ਕੁਝ ਉਹਨਾਂ ਨੇ ਤਿਆਗ ਦਿੱਤਾ ਹੈ। ਅਸੀਂ ਆ ਰੋਜ਼ ਵਿਚਾਰ ਕਰਦੇ ਹਾਂ ਨਾ ਕਿ ਫਲਾਂ ਬੰਦੇ ਨੇ ਆਹ ਲਿਖਿਆ ਹੈ, ਦੂਜੇ ਨੇ ਆਹ ਲਿਖਿਆ ਹੈ, ਇੱਕ ਆਹ ਕਹਿੰਦਾ, ਇੱਕ ਆਹ ਕਹਿੰਦਾ ਹੈ। ਸਾਡੀਆਂ ਉਲਝਣਾਂ ਵੱਧਦੀਆਂ ਜਾਂਦੀਆਂ ਨੇ। ਕਿਉਂ ਵੱਧ ਰਹੀਆਂ ਨੇ? ਕਿਉਂਕਿ ਅਸੀਂ ਸਭ ਕੁਝ ਤਿਆਗਿਆ ਨਹੀਂ ਹੈ ਹਾਲੇ, ਅਸੀਂ ਗੁਰੂ ਦੀ ਸ਼ਰਨ ਵਿੱਚ ਆਏ ਨਹੀਂ ਹਾਂ ਪੂਰਨ ਤੌਰ ਤੇ। ਜਦੋਂ ਬੰਦਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਉਹ ਸਾਰਾ ਕੁਝ ਤਿਆਗ ਕੇ ਉਦੋਂ ਗੱਲ ਬਣ ਜਾਂਦੀ ਹੈ। ਦੇਖੋ ਭਾਈ ਲਹਿਣਾ ਜੀ ਦੇਵੀ ਦੇ ਦਰਸ਼ਨਾਂ ਲਈ ਹਰ ਸਾਲ ਜਾਂਦੇ ਨੇ, ਔਰ ਇਕੱਲੇ ਨਹੀਂ, ਕਈ ਸਾਰਿਆਂ ਨੂੰ ਨਾਲ ਲੈ ਕੇ ਜਾ ਰਹੇ ਨੇ, ਕਈ ਸਾਰਿਆਂ ਨੂੰ ਨਾਲ ਲੈ ਕੇ ਜਾ ਰਹੇ ਨੇ, ਹਰ ਸਾਲ ਜਾ ਰਹੇ ਨੇ। ਪਰ ਜਦੋਂ ਗੁਰੂ ਦੀ ਸ਼ਰਨ ਵਿੱਚ ਆਏ, ਉਹਨਾਂ ਨੇ ਸਾਰਾ ਕੁਝ ਇੱਕਦਮ ਛੱਡ ਦਿੱਤਾ। ਇਹ ਨਹੀਂ ਕਿ ਹੌਲੀ ਹੌਲੀ ਛੱਡਿਆ, ਇੱਕਦਮ ਛੱਡ ਦਿੱਤਾ ਸਾਰਾ ਕੁਝ। ਹੁਣ ਉਹ ਦੇਵੀ ਤੇ ਨਹੀਂ ਜਾਂਦੇ, ਕੋਈ ਜੋਤ ਨਹੀਂ, ਕੋਈ ਕੁੰਭ ਨਹੀਂ, ਕੋਈ ਨਾਰੀਅਲ ਨਹੀਂ, ਕੋਈ ਭੇਟ ਨਹੀਂ, ਕੋਈ ਕੁਛ ਨਹੀਂ, ਸਭ ਕੁਛ ਤਿਆਗ ਦਿੱਤਾ, ਗੁਰੂ ਦੀ ਸ਼ਰਨ ਵਿੱਚ ਆ ਗਏ। ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਅਸੀਂ ਆਮ ਇਤਿਹਾਸ ਪੜ੍ਹਨੇ ਨਾ ਕਿ 22 ਵਾਰ ਗੰਗਾ ਤੇ ਗਏ, 22 ਸਾਲ ਲਗਾਤਾਰ। ਤੇ ਪੰਜਾਬ ਤੋਂ ਗੰਗਾ ਤੱਕ ਜਾਣ ਦਾ ਕਿੰਨਾ ਸਮਾਂ ਲੱਗਦਾ ਸੀ। ਤੇ ਅੱਜ ਵਾਲੀਆਂ ਟ੍ਰੇਨਾਂ ਤੇ ਜਹਾਜ਼ ਤੇ ਹੈ ਨਹੀਂ ਸੀ, ਮੋਟਰਸਾਈਕਲਾਂ, ਸਕੂਟਰ, ਕਾਰਾਂ, ਪੈਦਲ ਯਾਤਰਾ ਸੀ ਜਾਂ ਘੋੜਸਵਾਰੀ ਸੀ। ਤੇ ਰਾਸਤੇ ਵਿੱਚ ਜੰਗਲ ਦਾ ਰਾਹ, ਚੋਰੀਆਂ ਦਾ ਡਰ, ਲੁੱਟਾਂ ਖੋਹਾਂ ਦਾ ਡਰ, ਰਾਸਤੇ ਵਿੱਚ ਕਿਤੇ ਕਿਤੇ ਧਰਮਸ਼ਾਲਾ ਬਣੀਆਂ ਹੁੰਦੀਆਂ ਸਨ ਰੁਕਣ ਵਾਸਤੇ, 10-20 ਕਿਲੋਮੀਟਰ ਤੇ ਜਾਂ 10-20 ਮੀਲ ਤੇ ਜਿੱਥੇ ਵੀ। ਫਿਰ ਇੰਨੇ 3-4 ਮਹੀਨੇ ਲੱਗ ਜਾਂਦੇ ਆਉਣ ਜਾਣ ਵਿੱਚ। 3-4 ਮਹੀਨੇ ਦਾ ਨਾਲ ਰਾਸ਼ਨ ਖਰਚ ਲੈ ਕੇ ਤੁਰਨਾ, 3-4 ਮਹੀਨੇ ਦਾ ਘਰ ਦਾ ਕੰਮ ਛੱਡਣਾ, ਕਿੰਨਾ ਔਖਾ ਕੰਮ ਸੀ ਨਾ। ਪਰ ਜਾ ਰਹੇ ਸਨ, ਵਰਤ ਰੱਖਦੇ ਹੋਣਗੇ, ਸ਼ਰਾਧ ਕਰਦੇ ਹੋਣਗੇ, ਗੰਗਾ ਤੇ ਜਾ ਰਹੇ ਨੇ, ਤੀਰਥ ਯਾਤਰਾ ਤੇ ਉੱਥੇ ਪੁੰਨ ਦਾਨ ਵੀ ਕਰਦੇ ਹੋਣਗੇ, ਪਿੰਡ ਭਰਾਉਂਦੇ ਹੋਣਗੇ, ਸਾਰੇ ਕੰਮ ਕਰਦੇ ਸੀ ਨਾ। ਪਰ ਅੰਦਰ ਸ਼ਾਂਤੀ ਨਹੀਂ। ਤੇ ਜਦੋਂ ਗੁਰੂ ਦਾ ਸ਼ਬਦ ਬੀਬਾ ਜੀ ਤੋਂ ਸੁਣਿਆ ਭਤੀਜ ਨੂੰ ਤੋਂ ਕਿ ਕੋਇਲੇ ਪਾਪ ਪੜੇ ਤੇ ਸੁਪਰ ਮੰਜ਼ਲਿਆ, ਸੰਨੀ ਚਿੰਤ ਪਈ, ਜਦੋਂ ਆਪਣਾ ਜੀਵਨ ਦਿਸਿਆ ਕਿ ਜੀਵਨ ਤੇ ਐਵੇਂ ਦਾ ਹੀ ਹੈ, ਤੇ ਜਦੋਂ ਬਾਣੀ ਸੁਣੀ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰੂ ਮਿਲੇ ਤਿਨੇ ਕਿ ਨੂਰ ਹੋਇਆ ਮਨ ਕੰਚਨ ਹੋ ਸਕਦਾ ਜੇ ਗੁਰੂ ਮਿਲ ਪਵੇ। ਪੁੱਛਿਆ ਵੀ ਬੇਟਾ ਉਹ ਗੁਰੂ ਕੌਣ ਹੈ ਜਿਹਦੀ ਇਹ ਬਾਣੀ ਹੈ? ਤੇ ਦੱਸਿਆ ਗੁਰੂ ਨਾਨਕ ਪਾਤਸ਼ਾਹ ਜੀ ਦੀ। ਉਹ ਕਿੱਥੇ ਨੇ? ਉਹ ਤੇ ਜੋਤੀ ਜੋਤ ਸਮਾ ਗਏ ਨੇ, ਪਰ ਉਹਨਾਂ ਦੀ ਜਗ੍ਹਾ ਤੇ ਮੇਰੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਸੇਵਾ ਨਿਭਾ ਰਹੇ ਨੇ। ਗੁਰਿਆਈ ਗੱਦੀ ਉਹਨਾਂ ਨੂੰ ਸੌਂਪ ਗਏ ਨੇ, ਗੁਰੂ ਦੀ ਜੋਤ ਉਹਨਾਂ ਦੇ ਵਿੱਚ। ਗੁਰੂ ਅਮਰਦਾਸ ਜੀ ਪਹੁੰਚੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦੀ ਸ਼ਰਨ ਵਿੱਚ। ਪਰੇ ਸਰਨ ਆਨ ਸਭ ਤਿਆਗ, ਗੁਰੂ ਅੰਗਦ ਦੇਵ ਦੇ ਚਰਨਾਂ ਦੀ ਸ਼ਰਨ ਲਈ ਤੇ ਆਨ ਸਭ ਤਿਆਗ ਦਿੱਤਾ ਨਾ। ਤੀਰਥ ਯਾਤਰਾਵਾਂ, ਵਰਤ ਨਰਾਤੇ ਵਗੈਰਾ ਜਿੰਨੇ ਵੀ ਕਰਮ ਕਾਂਡ ਸਨ ਸਾਰੇ ਛੱਡ ਦਿੱਤੇ, ਇੱਕਦਮ ਛੱਡ ਦਿੱਤੇ, ਕਿਉਂਕਿ ਗੁਰੂ ਦੀ ਸ਼ਰਨ ਵਿੱਚ ਆ ਗਏ, ਬਾਕੀ ਸਾਰਾ ਕੁਝ ਛੱਡ ਦਿੱਤਾ। ਸਾਡੀ ਇਹ ਪ੍ਰੋਬਲਮ ਹੈ, ਕਾਸ਼ ਕਿ ਸਾਨੂੰ ਇਹ ਸਮਝ ਆ ਜਾਏ ਚੀਜ਼ ਕਿ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਜਾਈਏ ਤੇ ਬਾਕੀ ਸਾਰਾ ਕੁਝ ਤਿਆਗਿਆ ਜਾਣਾ ਹੈ। ਜਦੋਂ ਤੱਕ ਬਾਕੀ ਨਹੀਂ ਤਿਆਗਦੇ, ਇਹਦਾ ਮਤਲਬ ਹਾਲੇ ਕਿਰੇ 2 ਬੇੜੀਆਂ ਵਿੱਚ ਲੱਤਾਂ ਨੇ, ਪਹਿਲੀ ਬੇੜੀ ਚ ਲੱਤ ਹਾਲੇ ਚੁੱਕੀ ਨਹੀਂ, ਕਿਤੇ ਨਾ ਕਿਤੇ ਕੁਛ ਨਾ ਕੁਛ ਫੜਿਆ ਹੋਇਆ ਹੈ। ਇੱਕ ਬਾਹ ਇਧਰੋਂ ਫੜੀ, ਇੱਕ ਬਾਹ ਇਧਰੋਂ। ਹੁਣ ਜੇ ਇੱਕ ਇਧਰ ਨੂੰ ਖਿੱਚ ਪਾਏ ਦੂਜਾ ਦੂਜੇ ਨੂੰ, ਤੇ ਕੀ ਹੋਏਗਾ? ਟੂਟੇ ਬਾਹਾਂ ਦੂਹੋਂ ਦਿਸ ਗਈ। ਜੇ ਦੋਵਾਂ ਪਾਸੇ ਬਾਹਾਂ ਫੜ ਕੇ ਖਿੱਚੀ ਜਾਏ, ਟੁੱਟੇਗੀ ਨਾ। ਇਸ ਲਈ ਜ਼ਰੂਰਤ ਹੈ ਬਾਕੀ ਸਾਰੀਆਂ ਮਨਮਤਾਂ ਛੱਡ ਕੇ ਗੁਰੂ ਮਤ ਅਨੁਸਾਰ ਜ਼ਿੰਦਗੀ ਜੀਣੀ, ਉਹਦਾ ਜੀਵਨ ਸਫਲ ਹੋ ਸਕਦਾ ਹੈ। ਤਾਂ ਸਾਨੂੰ ਟਰਾਈ ਕਰਨੀ ਚਾਹੀਦੀ ਹੈ ਬਾਕੀ ਸਾਰੇ ਕਰਮ ਕਾਂਡ ਛੱਡ ਕੇ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਵਾਲੇ ਰਾਸਤੇ ਨੂੰ ਅਪਣਾਣਾ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਯਾਨੀ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਸਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ,
गुरु ग्रंथ साहिब जी की पावन बाणी साडा गुरु है। सब सिखन को हुक्म है गुरु मान्यो ग्रंथ। इसलिए सानू बाकी सारे आसरे परने छड़ के गुरु दी पावन बाणी दा ओट और आसरा लेना चाहिए। परे सरन आन सब त्याग, फिर की उन्होंने फल की मिलता है? अंतर प्रगास अनदिन लिव लाग। इनू प्रगास नहीं पढ़ना, प्रगास अद्धा पैर आ रहा है पप्पे थल्ले। अंतर प्रगास अनदिन लिव लाग, अंदर चानना हो गया ते लगातार लिव लग गई। ਉਹਨਾਂ ਦੇ ਅੰਦਰ ਫਿਰ ਚਾਨਣਾ ਹੋ ਜਾਂਦਾ, ਜਿਹੜੇ ਸਾਰੀ ਆਨ ਸਭ ਤਿਆਗ ਗੁਰੂ ਦੀ ਸ਼ਰਨ ਲੈਂਦੇ ਨੇ। ਤੇ ਚਾਨਣੇ ਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਅੰਦਰ ਕੋਈ ਬੱਤੀ ਜਗਦੀ ਹੈ ਦਸਮ ਦੁਆਰ ਵਗੈਰਾ ਵਿੱਚ, ਉਹ ਨਹੀਂ। ਚਾਨਣ ਦਾ ਮਤਲਬ ਗਿਆਨ ਦਾ ਚਾਨਣਾ। ਉਹਨਾਂ ਨੂੰ ਕਾਮਨ ਸੈਂਸ ਮਿਲ ਜਾਂਦੀ ਹੈ, ਉਹਨਾਂ ਨੂੰ ਵਿਵੇਕ ਬੁੱਧ ਮਿਲ ਜਾਂਦੀ ਹੈ, ਭਲੇ ਬੁਰੇ ਦੀ ਪਛਾਣ ਕਰਨ ਜੋਗੇ ਹੋ ਜਾਂਦੇ ਨੇ। ਚੰਗੇ ਮਾੜੇ ਦੀ ਪਛਾਣ ਉਹਨਾਂ ਨੂੰ ਹੋ ਜਾਂਦੀ ਹੈ। ਚੰਗਾ ਕੀ ਹੈ, ਮਾੜਾ ਕੀ ਹੈ, ਹਾਨੀ ਕੀ ਹੈ, ਲਾਭ ਕੀ ਹੈ, ਆਤਮ ਕੀ, ਅਨਾਤਮ ਕੀ, ਧਰਮ ਕੀ, ਅਧਰਮ ਕੀ, ਭਲੇ ਬੁਰੇ ਦੀ ਪਛਾਣ ਹੋ ਜਾਂਦੀ ਹੈ। ਅਨਦਿਨ ਲਿਵ ਲਾਗ, ਤੇ ਦਿਨ ਰਾਤ ਉਹਨਾਂ ਦੀ ਲਗਨ ਰੱਬੀ ਗੁਣਾਂ ਦੇ ਨਾਲ ਲੱਗ ਜਾਂਦੀ ਹੈ। ਲਿਵ ਦਾ ਮਤਲਬ ਲਗਨ, ਉਹਨਾਂ ਦੀ ਲਗਨ ਲੱਗ ਜਾਂਦੀ ਰੱਬੀ ਗੁਣਾਂ ਦੇ ਵਿੱਚ। ਉਹ ਕੇਵਲ ਸਾਰੀ ਜ਼ਿੰਦਗੀ ਰੱਬੀ ਰਜ਼ਾ ਵਿੱਚ ਹੀ ਗੁਜ਼ਾਰਦੇ ਨੇ। ਗੁਣਾਂ ਦੇ ਧਾਰਨੀ ਨੇ, ਜਿਹੜਾ ਵੀ ਕੰਮ ਕਰ ਰਹੇ ਨੇ ਰੱਬੀ ਰਜ਼ਾ ਦੇ ਅੰਦਰ, ਅੰਦਰ ਉਹਨਾਂ ਦੇ ਪ੍ਰੀਤ ਪੈਦਾ ਹੋ ਜਾਂਦੀ ਹੈ, ਲਗਨ ਲੱਗ ਜਾਂਦੀ ਹੈ, ਅੰਦਰ ਗਿਆਨ ਦਾ ਚਾਨਣਾ ਹੋ ਜਾਂਦਾ ਹੈ, ਸਮਝ ਆ ਜਾਂਦੀ ਹੈ, ਵਿਵੇਕ ਬੁੱਧ ਮਿਲ ਜਾਂਦੀ ਹੈ, ਔਰ ਸ਼ੁਭ ਗੁਣਾਂ ਦੇ ਨਾਲ, ਰੱਬੀ ਭਾਣੇ ਦੇ ਨਾਲ ਉਹਨਾਂ ਦੀ ਲਗਨ ਲੱਗ ਜਾਂਦੀ ਹੈ। ਤਾਂ ਸਾਨੂੰ ਵੀ ਇਥੋਂ ਇੱਕ ਸੇਧ ਦੇ ਰਹੇ ਨੇ ਗੁਰੂ ਜੀ ਕਿ ਆਪਣੀ ਲਗਨ ਲਗਾਓ, ਸ਼ੁਭ ਗੁਣਾਂ ਵਾਸਤੇ ਹਮੇਸ਼ਾ ਉਦਮ ਕਰੋ। ਵੱਡ ਭਾਗੀ ਜਪਿਆ ਪ੍ਰਭ ਸੋਏ, ਵੱਡੇ ਭਾਗਾਂ ਵਾਲੇ ਨੇ ਪ੍ਰਭੂ ਨੂੰ ਜਪਿਆ ਹੈ। ਜਪਨ ਦਾ ਮਤਲਬ ਜਾਣਨਾ ਵੀ ਹੁੰਦਾ ਹੈ, ਜਪਿਆ ਜਾਣਿਆ। ਅਸੀਂ ਵਾਹਿਗੁਰੂ ਰਾਮ ਅੱਲਾ ਕਹਿ ਰਹੇ ਹਾਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਲੋਕ ਕਹਿ ਰਹੇ ਨੇ, ਪਰ ਜਾਣਿਆ ਬਹੁਤ ਘੱਟ ਲੋਕਾਂ ਨੇ ਹੈ। ਜਾਣਨ ਦਾ ਮਤਲਬ ਕਿ ਇੱਕ ਦੂਜੇ ਵਿੱਚ ਰੱਬ ਨੂੰ ਵੇਖ ਕੇ ਤੇ ਇੱਕ ਦੂਜੇ ਦੇ ਨਾਲ ਰੱਬ ਵਰਗਾ ਵਿਹਾਰ ਕਰਨਾ। ਇਹ ਹੁਣ ਆਪ ਅੰਦਾਜ਼ਾ ਲਗਾਈਏ ਕਿ ਕਿੰਨੇ ਕੁ ਲੋਕ ਨੇ ਜੋ ਇੱਕ ਦੂਜੇ ਦੇ ਨਾਲ ਰੱਬ ਵਰਗਾ ਪਿਆਰ ਕਰਦੇ ਨੇ, ਜੋ ਇੱਕ ਦੂਜੇ ਦਾ ਰੱਬ ਜਿੰਨਾ ਸਤਿਕਾਰ ਕਰਦੇ ਨੇ, ਜਿਹੜੇ ਆਪਣੇ ਅੰਦਰੋਂ ਰੱਬੀ ਗੁਣਾਂ ਨੂੰ ਪ੍ਰਗਟ ਕਰਦੇ ਨੇ, ਜੋ ਦੂਜਿਆਂ ਦੇ ਅੰਦਰ ਰੱਬੀ ਗੁਣਾਂ ਨੂੰ ਵੇਖਣ ਦੀ ਟਰਾਈ ਕਰਦੇ ਨੇ। ਘੱਟ ਨੇ ਨਾ, ਹੈ ਨੇ, ਘੱਟ ਨੇ। ਤੇ ਉਹ ਵਡਭਾਗੀ ਨੇ ਜਿਨ੍ਹਾਂ ਨੇ ਜਾਣ ਲਿਆ, ਉਹ ਵੱਡੇ ਭਾਗਾਂ ਵਾਲੇ ਹੋ ਗਏ। ਹੁਣ ਇਹ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਵੱਡੇ ਭਾਗਾਂ ਵਾਲੇ ਹੋਣਾ ਚਾਹੁੰਦੇ ਹਾਂ ਜਾਂ ਬਦਕਿਸਮਤ ਰਹਿਣਾ ਚਾਹੁੰਦੇ ਹਾਂ। ਜੇ ਅਸੀਂ ਖੁਸ਼ਕਿਸਮਤ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣਾ ਵਿਹਾਰ ਬਦਲ ਲੈਣਾ ਚਾਹੀਦਾ ਹੈ, ਵਿਸ਼ਵਾਸ ਦੇ ਪਾਤਰ ਬਣਨਾ ਚਾਹੀਦਾ ਹੈ, ਸੱਚ ਨਾਲ ਜੁੜਨਾ ਚਾਹੀਦਾ ਹੈ, ਦਇਆ ਪਿਆਰ ਮੁਹੱਬਤ ਵਾਲੀ ਜ਼ਿੰਦਗੀ ਜੀਣੀ ਚਾਹੀਦੀ ਹੈ। ਵੱਡੇ ਭਾਗਾਂ ਵਾਲੇ ਹੋ ਜਾਵਾਂਗੇ। ਤੇ ਜੇ ਅਸੀਂ ਭਾਈ ਝੂਠ ਫਰੇਬ ਵਾਲੀ ਜ਼ਿੰਦਗੀ ਜੀਵਾਂਗੇ ਤੇ ਬਦਕਿਸਮਤ ਹੋ ਜਾਵਾਂਗੇ। ਵੱਡ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਨਾਮ ਰਤੇ ਦਾ ਮਤਲਬ ਨਾਮ ਵਿੱਚ, ਰਤੇ ਦਾ ਮਤਲਬ ਰੰਗੇ ਹੋਏ, ਕਿ ਪ੍ਰਭੂ ਦੇ ਨਾਮ ਵਿੱਚ ਰੰਗਿਆ ਹੋਇਆਂ ਨੂੰ ਸੁਖ ਮਿਲਦਾ ਹੈ। ਨਾਮ ਦਾ ਮਤਲਬ ਰੱਬ ਦਾ ਹੁਕਮ। ਜਿਹੜੇ ਹੁਕਮ ਦੇ ਪ੍ਰੇਮ ਵਿੱਚ ਰੰਗੇ ਹੋਏ ਨੇ, ਜੋ ਹੁਕਮ ਯਾਨੀ ਸਿਸਟਮ ਅਨੁਸਾਰ ਜ਼ਿੰਦਗੀ ਜੀਂਦੇ ਨੇ, ਉਹਨਾਂ ਦੇ ਜੀਵਨ ਵਿੱਚ ਸੁੱਖ ਹੈ, ਕਿਉਂਕਿ ਸੁੱਖ ਹੈ ਹੀ ਸਿਸਟਮ ਦੇ ਵਿੱਚ, ਸੁੱਖ ਹੈ ਹੀ ਮਰਿਆਦਾ ਦੇ ਵਿੱਚ, ਜੀਵਨ ਦੇ ਢੰਗ ਦੇ ਵਿੱਚ। ਜੇ ਸਿਸਟਮ ਨਾ ਹੋਵੇ ਤਾਂ ਦੁਨੀਆ ਨਹੀਂ ਨਾ ਚੱਲ ਸਕਦੀ। ਇਹ ਦੁਨੀਆ ਸੁਹਾਵਣੀ ਹੈ ਹੀ ਤਾਂ ਕਿਉਂਕਿ ਇਹ ਰੱਬੀ ਰਜ਼ਾ ਵਿੱਚ, ਲਾ ਆਫ ਨੇਚਰ ਅਨੁਸਾਰ ਜਾਂ ਸਿਸਟਮ ਅਨੁਸਾਰ ਇਹ ਸਾਰੀ ਦੁਨੀਆ ਚੱਲ ਰਹੀ ਹੈ, ਤਾਂ ਹੀ ਇਹ ਸੁਹਾਵਣੀ ਹੈ। ਹਰ ਸ਼ੈ ਸਿਸਟਮ ਨੂੰ ਫੋਲੋ ਕਰ ਰਹੀ ਹੈ, ਚਾਹੇ ਆ ਪਸ਼ੂ ਪੰਛੀ ਨੇ, ਜੀਵ ਜੰਤ ਨੇ, ਮਨੁੱਖ ਮਾਤਰ ਨੇ, ਕਿਸੇ ਸਿਸਟਮ ਦੇ ਅੰਦਰ ਜਨਮ ਲੈ ਰਹੇ ਨੇ ਨਾ, ਕਿਸੇ ਸਿਸਟਮ ਦੇ ਅੰਦਰ ਪਾਲਣਾ ਹੋ ਰਹੀ ਹੈ, ਕਿਸੇ ਸਿਸਟਮ ਦੇ ਅੰਦਰ ਲੈਤਾ ਔਰ ਸੰਚਾਲਨ ਹੋ ਰਿਹਾ ਹੈ। ਇਸੇ ਤਰ੍ਹਾਂ ਜੇ ਅਸੀਂ ਚੰਗੇ ਸਿਸਟਮ ਨੂੰ ਫੋਲੋ ਕਰੀਏ ਤਾਂ ਸਾਡੀ ਜ਼ਿੰਦਗੀ ਵਿੱਚ ਸੁੱਖ ਹੋ ਸਕਦਾ ਹੈ। ਜਿਵੇਂ ਟ੍ਰੈਫਿਕ ਦੇ ਰੂਲ ਨੇ ਅਸੀਂ ਪੂਰੇ ਕਰਦੇ ਹਾਂ ਤਾਂ
ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ, ਜੇ ਤੋੜਾਂਗੇ ਤੇ ਗੜਬੜ ਹੋਏਗੀ। ਘਰ ਪਰਿਵਾਰ ਹੈ ਤਾਂ ਘਰ ਪਰਿਵਾਰਾਂ ਦੇ ਕੁਝ ਅਸੂਲ ਹੁੰਦੇ ਨੇ ਨਾ, ਜੇ ਸਾਰਾ ਪਰਿਵਾਰ ਉਹਨਾਂ ਅਸੂਲਾਂ ਦੀ ਪਾਲਣਾ ਕਰੇ ਤਾਂ ਕੋਈ ਮਤਲਬ ਨਹੀਂ ਹੈ ਕਿ ਘਰ ਵਿੱਚ ਕੋਈ ਕਲੇਸ਼ ਹੋਵੇ। ਤੇ ਜੇ ਅਸੂਲਾਂ ਵਾਲੀ ਜ਼ਿੰਦਗੀ ਨਹੀਂ ਜੀਂਦੇ ਤਾਂ ਫਿਰ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਉਸ ਘਰ ਪਰਿਵਾਰ ਦੇ ਅੰਦਰ ਸੁੱਖ ਪੈਦਾ ਹੋ ਜਾਏ, ਉਹ ਘਰ ਉਜੜੇਗਾ ਹੀ ਉਜੜੇਗਾ, ਅੱਜ ਵੀ ਕੱਲ ਵੀ। ਜਿੱਥੇ ਅਸੂਲ ਨਹੀਂ ਉਜੜੇਗਾ, ਬਰਬਾਦ ਹੋਏਗਾ। ਇਸ ਲਈ ਨਾਨਕ ਨਾਮ ਰਤੇ ਸੁਖ ਹੋਏ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਰੱਬ ਦੇ ਹੁਕਮ ਵਿੱਚ ਰੰਗੇ ਜਾਈਏ ਤਾਂ ਰੱਬ ਦੇ ਹੁਕਮ ਵਿੱਚ ਰੰਗੇ ਜਾਣ ਦੇ ਨਾਲ ਸੁਖ ਦੀ ਦਾਤ ਮਿਲਦੀ ਹੈ। ਸੇਵਕ ਕੀ ਮਨਸਾ ਪੂਰੀ ਪਈ। ਮਨਸਾ ਦਾ ਮਤਲਬ ਇੱਛਾ, ਮਨ ਦੀ ਇੱਛਾ, ਤੇ ਪੂਰੀ ਪਈ ਦਾ ਮਤਲਬ ਪੂਰੀ ਹੋ ਜਾਂਦੀ ਹੈ, ਮੁੱਕ ਜਾਂਦੀ ਹੈ। ਸੇਵਕ ਦੇ ਮਨ ਦੇ ਫੁਰਨੇ ਪੂਰਨ ਹੋ ਜਾਂਦੇ ਨੇ, ਭਾਵ ਮਾਇਆ ਵੱਲੋਂ ਦੌੜ ਮੁੱਕ ਜਾਂਦੀ ਹੈ। ਜਿਵੇਂ ਅਸੀਂ ਕਹਿੰਦੇ ਨਾ ਸਾਡਾ ਕੰਮ ਅੱਜ ਘਰ ਦਾ ਕੰਮ ਪੂਰਾ ਹੋ ਗਿਆ। ਪੂਰਾ ਹੋ ਗਿਆ ਦਾ ਮਤਲਬ ਮੁੱਕ ਗਿਆ, ਖਤਮ ਹੋ ਗਿਆ। ਅੱਜ 1 ਮਹੀਨਾ ਪੂਰਾ ਹੋ ਗਿਆ, ਮਤਲਬ 1 ਮਹੀਨਾ ਮੁੱਕ ਗਿਆ। ਅੱਜ ਸਾਡਾ ਬਾਪੂ ਪੂਰਾ ਹੋ ਗਿਆ, ਤਾਂ ਪੂਰਾ ਹੋਣ ਦਾ ਮਤਲਬ ਇਹ ਨਹੀਂ ਕਿ ਬਾਪੂ ਇੰਜੀਨੀਅਰ ਬਣ ਗਿਆ, ਕੱਲ ਤੋਂ ਪੁਲਾਂ ਦੇ ਠੇਕੇ ਲਵੇਗਾ। ਪੂਰਾ ਹੋਣ ਦਾ ਮਤਲਬ ਬਾਪੂ ਵਿਚਾਰਾ ਚੱਲ ਵਸਿਆ, ਮਰ ਗਿਆ, ਖਤਮ ਹੋ ਗਿਆ। ਸੇਵਕ ਕੀ ਮਨਸਾ ਪੂਰੀ ਪਈ। ਪੂਰੀ ਪਈ ਦਾ ਮਤਲਬ ਜਿਹੜੀਆਂ ਇੱਛਾਵਾਂ ਨੇ ਉਹ ਖਤਮ ਹੋ ਗਈਆਂ, ਜਿਹੜੀਆਂ ਤ੍ਰਿਸ਼ਨਾਵਾਂ ਨੇ ਉਹ ਮੁੱਕ ਗਈਆਂ, ਜੋ ਵਿਕਾਰਾਂ ਵੱਲ ਦੌੜ ਭੱਜ ਸੀ ਉਹ ਪੂਰੀ ਹੋ ਗਈ, ਖਤਮ ਹੋ ਗਈ। ਹੁਣ ਲੋਭ ਮੋਹ ਹੰਕਾਰ ਵੱਲ ਮਨ ਨਹੀਂ ਦੌੜਦਾ। ਹੁਣ ਈਰਖਾ ਦਵੇਸ਼ ਵੈਰ ਵਿਰੋਧ ਨਹੀਂ ਹੈ। ਹੁਣ ਐਵੇਂ ਹੀ ਕਿਸੇ ਨੂੰ ਵੇਖ ਕੇ ਮਨ ਸੜਦਾ ਭੁੱਜਦਾ ਨਹੀਂ ਫਿਰਦਾ। ਹੁਣ ਅੰਦਰ ਕੇਵਲ ਸ਼ੁਭ ਗੁਣ ਟਿਕ ਗਏ ਨੇ, ਅੰਦਰ ਭੰਡਾਰੇ ਭਰੇ ਗਏ ਨੇ। ਸਤਿਗੁਰ ਤੇ ਨਿਰਮਲ ਮਤ ਲਈ। ਹੁਣ ਇਹ ਮਨਸਾ ਪੂਰੀ ਕਿਵੇਂ ਹੋ ਗਈ? ਇਹ ਤ੍ਰਿਸ਼ਨਾਵਾਂ ਕਿਵੇਂ ਮਿਟ ਗਈਆਂ? ਸ਼ੀਤਲਤਾ ਮਨ ਵਿੱਚ ਕਿਵੇਂ ਆ ਗਈ? ਕਿਉਂਕਿ ਸਤਿਗੁਰ ਤੇ ਨਿਰਮਲ ਮਤ ਲਈ ਉਹਨਾਂ ਨੇ ਸਤਿਗੁਰ ਤੋਂ ਉੱਤਮ ਸਿੱਖਿਆ ਹਾਸਲ ਕਰ ਲਈ। ਜਦੋਂ ਕੋਈ ਸੇਵਕ ਗੁਰੂ ਤੋਂ ਨਿਰਮਲ ਮਤ ਲੈਂਦਾ ਹੈ, ਉੱਤਮ ਸਿੱਖਿਆ ਹਾਸਲ ਕਰਦਾ ਹੈ, ਵੇ ਆਫ ਲਾਈਫ ਸਿੱਖਦਾ ਹੈ, ਫਿਰ ਉਹਦੀ ਮਤ ਨਿਰਮਲ ਹੋ ਜਾਂਦੀ ਹੈ। ਮਤ ਦਾ ਹੀ ਸਾਰਾ ਕੰਮ ਹੈ। ਮਤ ਨੇ ਸਾਡੀ ਨੇ ਫੈਸਲੇ ਲੈਣੇ ਨੇ, ਚੰਗੇ ਜਾਂ ਮਾੜੇ। ਮੈਂ ਤੁਹਾਡੇ ਨਾਲ ਕਿਵੇਂ ਬੋਲਣਾ ਹੈ, ਇਹ ਮੇਰੀ ਮਤ ਨੇ ਫੈਸਲਾ ਕਰਨਾ ਹੈ। ਤੇ ਜਿਹੜੇ ਮੈਂ ਬੋਲ ਦਿੱਤੇ, ਰਿਜ਼ਲਟ ਉਹਨਾਂ ਬੋਲਾਂ ਦਾ ਆਉਣਾ ਹੈ। ਜੇ ਚੰਗੇ ਬੋਲੋਂ ਵੀ ਮਾਣ ਆਦਰ ਮਿਲੇਗਾ, ਤੇ ਜੇ ਬੋਲ ਮਾੜੇ ਹੋਣਗੇ ਤੇ ਭਾਈ ਜੋ ਕੁਛ ਮਾੜੇ ਬੋਲਾਂ ਦਾ ਰਿਜ਼ਲਟ ਨਿਕਲਦਾ ਉਹ ਨਿਕਲੇਗਾ। ਤਾਂ ਇਹਦਾ ਮਤਲਬ ਜੋ ਮੈਨੂੰ ਸੁੱਖ ਜਾਂ ਦੁੱਖ, ਮਾਣ ਜਾਂ ਆਦਰ ਮਿਲਿਆ, ਉਹ ਮੇਰੇ ਲਏ ਹੋਏ ਫੈਸਲੇ ਦਾ ਮਿਲਿਆ ਨਾ। ਤੇ ਫੈਸਲਾ ਲੈਣਾ ਮਤ ਨੇ। ਤੇ ਜੇ ਮਤ ਮੈਲੀ ਹੈ ਤੇ ਫੈਸਲੇ ਮੈਲੇ ਹੋਣਗੇ, ਰਿਜ਼ਲਟ ਮੈਲਾ ਹੋਏਗਾ। ਇਸ ਲਈ ਸਤਿਗੁਰ ਤੇ ਨਿਰਮਤ ਲਈ ਜਿਨ੍ਹਾਂ ਨੇ ਗੁਰੂ ਤੋਂ ਸ੍ਰੇਸ਼ਟ ਗਿਆਨ ਹਾਸਲ ਕਰ ਲਿਆ, ਉਹਨਾਂ ਦੇ ਜੀਵਨ ਦੇ ਫਿਰ ਜਿਹੜੇ ਵਿਕਾਰਾਂ ਦੇ ਫੁਰਨੇ ਨੇ ਉਹ ਮੁੱਕ ਜਾਂਦੇ ਨੇ। ਕਿਉਂਕਿ ਜਦੋਂ ਮਨ ਦੇ ਅੰਦਰੋਂ ਕੋਈ ਫੁਰਨਾ ਮਾੜਾ ਫੁਰੇਗਾ ਨਾ, ਤੇ ਨਿਰਮਲ ਮਤ ਨੇ ਨਾਲ ਦੇ ਨਾਲ ਕਹਿਣਾ ਕਿ ਇਸ ਫੁਰਨੇ ਨੂੰ ਡਿਲੀਟ, ਇਹ ਫੁਰਨਾ ਠੀਕ ਨਹੀਂ ਹੈ, ਇਹਦੇ ਤੇ ਅਮਲ ਨਹੀਂ ਕਰਨਾ, ਮਨ ਨੂੰ ਅੰਡਰ ਰੱਖਣਾ ਹੈ। ਅਸੀਂ ਰੋਜ਼ ਅਰਦਾਸ ਕਰਨੇ ਆ ਨਾ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਮਨ ਨੂੰ ਮਤ ਦੇ ਅਧੀਨ ਰੱਖਣਾ ਹੈ। ਜੋ ਸਾਡੇ ਮਨ ਦੇ ਅੰਦਰ ਗਲਤ ਭਾਵਨਾਵਾਂ ਆਉਂਦੀਆਂ ਨੇ, ਉਹਨਾਂ ਦੀ ਮਤ ਦੇ ਨਾਲ ਪਰਖ ਕਰਨੀ ਹੈ ਕਿ ਇਹ ਭਾਵਨਾ ਠੀਕ ਵੀ ਹੈ ਕਿ ਗਲਤ ਹੈ। ਜਿਹੜੀ ਮੇਰੀ ਇਹ ਭਾਵਨਾ ਹੈ, ਕਿਸੇ ਦੀ ਭਾਵਨਾ ਨੂੰ ਠੇਸ ਤੇ ਨਹੀਂ ਪਹੁੰਚਾਏਗੀ। ਇਹ ਭਾਵਨਾ ਮੇਰੀ ਮੈਨੂੰ ਕਿਤੇ ਮੁਸੀਬਤ ਵਿੱਚ ਤੇ ਨਹੀਂ ਫਸਾਏਗੀ। ਇਹਦੇ ਤੇ ਅਮਲ ਕਰਾਂਗਾ, ਕਿਸੇ ਦਾ ਨੁਕਸਾਨ ਤੇ ਨਹੀਂ ਹੋਏਗਾ। ਇਸ ਲਈ ਮਨ ਨੂੰ ਮਤ ਦੇ ਅਧੀਨ ਰੱਖਣਾ ਹੈ, ਤੇ ਮਤ ਨੂੰ ਗੁਰੂ ਦੇ ਅਧੀਨ ਰੱਖਣਾ ਹੈ। ਮਤ ਵੀ ਆਪ ਹੁਦਰੀ ਨਾ ਹੋਵੇ, ਮਨ ਦੀ ਮਤ ਨਾ ਬਣ ਜਾਏ। ਗੁਰਮਤਿ ਅਨੁਸਾਰ ਜਨ ਕੋ ਪ੍ਰਭ ਹੋਇਓ ਦਇਆਲ। ਤੇ ਜਿਨ੍ਹਾਂ ਨੇ ਗੁਰੂ ਤੋਂ ਨਿਰਮਲ ਮਤ ਲਈ, ਜਿਨ੍ਹਾਂ ਦੇ ਅੰਦਰੋਂ ਵਿਕਾਰਾਂ ਦੇ ਫੁਰਨੇ ਖਤਮ ਹੋ ਗਏ, ਜੋ ਪ੍ਰਭੂ ਦੀ ਰਜ਼ਾ ਅਨੁਸਾਰ ਤੁਰਨ ਲੱਗ ਗਏ, ਜਨ ਕੋ ਪ੍ਰਭ ਹੋਇਓ ਦਇਆਲ, ਉਸ ਆਪਣੇ ਸੇਵਕ ਦੇ ਉੱਤੇ ਰੱਬ ਦਇਆਵਾਨ ਹੋ ਗਿਆ। ਯਾਨੀ ਉਹ ਦਇਆ ਦਾ ਪਾਤਰ ਬਣ ਗਿਆ। ਹੁਣ ਰੱਬ ਦੀ ਦਇਆ ਉਹਦੇ ਤੇ ਬਰਸ ਰਹੀ ਹੈ। ਕਿਉਂ?
ਕਿਉਂਕਿ ਨਿਰਮਲ ਮੱਤ ਲੈ ਲਈ, ਵਿਕਾਰਾਂ ਦਾ ਤਿਆਗ ਕਰ ਦਿੱਤਾ, ਦਇਆ ਦਾ ਪਾਤਰ ਬਣ ਗਿਆ। ਤਾਂ ਜਦੋਂ ਦਇਆ ਦਾ ਪਾਤਰ ਬਣ ਗਿਆ ਤਾਂ ਫਿਰ ਦਇਆ ਦੇ ਅੰਦਰ ਤੇ ਸੁਖ ਹੀ ਸੁਖ ਹੈ, ਆਨੰਦ ਹੀ ਆਨੰਦ ਹੈ। ਸੇਵਕ ਕੀਨੋ ਸਦਾ ਨਿਹਾਲ, ਨਿਹਾਲ ਦਾ ਮਤਲਬ ਪ੍ਰਸੰਨ, ਖੁਸ਼। ਤੇ ਰੱਬ ਆਪਣੇ ਸੇਵਕ ਨੂੰ ਸਦਾ ਪ੍ਰਸੰਨ ਰੱਖਦਾ ਹੈ। ਰੱਬ ਦਾ ਸੇਵਕ ਹਮੇਸ਼ਾ ਖੁਸ਼ ਰਹੇਗਾ। ਜਪਜੀ ਸਾਹਿਬ ਵਿੱਚ ਅਸਾਂ ਪੜ੍ਹਿਆ ਹੈ ਨਾ, ਨਾਨਕ ਭਗਤਾਂ ਸਦਾ ਵਿਗਾਸ। ਜੋ ਰੱਬ ਦੇ ਭਗਤ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਹਮੇਸ਼ਾ ਖੇੜਾ ਹੈ। ਤੇ ਭਗਤ ਕੌਣ ਨੇ? ਜੋ ਗੁਣਾਂ ਦੇ ਧਾਰਨੀ ਨੇ। ਭਗਤ ਕੌਣ ਨੇ? ਜੋ ਰੱਬੀ ਰਜਾ ਵਿੱਚ ਤੁਰਦੇ ਨੇ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੇ ਮਨ ਵਿਸਰਾਮ, ਜੋ ਰੱਬੀ ਰਜਾ ਦੇ ਅੰਦਰ ਚੱਲਦੇ ਨੇ। ਤੇ ਜਿਹੜੇ ਰਜਾ ਦੇ ਅੰਦਰ ਤੁਰਦੇ ਨੇ ਉਹ ਫਿਰ ਹਮੇਸ਼ਾ ਖੁਸ਼ ਨੇ। ਰੱਬ ਨੇ ਉਹਨਾਂ ਨੂੰ ਸदैव ਖੁਸ਼ੀ ਦੇ ਦਿੱਤੀ। ਤਾਂ ਇਹਦਾ ਮਤਲਬ ਜੇ ਅਸੀਂ ਸदैव ਚਾਹੁੰਦੇ ਹਾਂ ਤਾਂ ਸਾਨੂੰ ਰੱਬੀ ਰਜਾ ਅਨੁਸਾਰ ਜ਼ਿੰਦਗੀ ਜੀਣੀ ਚਾਹੀਦੀ ਹੈ। ਤੇ ਰੱਬ ਦੀ ਰਜਾ ਪਾਣੇ ਦਾ ਸਮਝ ਸਾਨੂੰ ਗੁਰਬਾਣੀ ਰਾਹੀਂ ਆਏਗੀ, ਗੁਰੂ ਰਾਹੀਂ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਬੰਧਨ ਕਾਟ ਮੁਕਤ ਜਨ ਪਿਆ। ਇੱਥੇ ਜਨ ਦੇ ਨੰਨੇ ਥੱਲੇ ਔਂਕੜ ਹੈ, ਇੱਥੇ ਸਿੰਗੂਲਰ ਸ਼ਬਦ ਹੈ ਦਾਸ। ਕਾਟ ਦੇ ਟੈਂਕੇ ਨਾਲ ਸਿਹਾਰੀ ਹੈ, ਕੱਟ ਕੇ। ਬੰਧਨ ਕਾਟ, ਬੰਧਨ ਕੱਟ ਕੇ, ਜੰਜੀਰਾਂ ਤੋੜ ਕੇ। ਮੁਕਤ ਜਨ ਭਇਆ, ਜਿਹੜਾ ਰੱਬ ਦਾ ਦਾਸ ਹੈ ਉਹ ਮੁਕਤ ਹੋ ਜਾਂਦਾ ਹੈ, ਬੰਧਨ ਕੱਟ ਕੇ, ਮਾਇਆ ਦੀਆਂ ਜ਼ੰਜੀਰਾਂ ਕੱਟ ਕੇ। ਤੇ ਮਾਇਆ ਕਿਹੜੀ ਹੈ? ਆਪਾਂ ਰੋਜ਼ ਐਕਸਪਲੇਨ ਕਰ ਰਹੇ ਹਾਂ ਇਸ ਚੀਜ਼ ਨੂੰ, ਅਸੀਂ ਰੋਜ਼ ਵਿਚਾਰ ਕਰ ਰਹੇ ਹਾਂ ਸਾਰੇ ਵੀਰ ਭੈਣਾਂ, ਕਿ ਮਾਇਆ ਸਾਡੀ ਸੋਚ ਦਾ ਨਾਮ ਹੈ। ਜਿਹੜੀ ਸੋਚ ਸਾਨੂੰ ਇੱਕ ਦੂਜੇ ਵਿੱਚ ਰੱਬ ਨਹੀਂ ਵੇਖਣ ਦਿੰਦੀ, ਜਿਹੜੀ ਸੋਚ ਸਾਨੂੰ ਅੰਦਰੋਂ ਹੋਰ ਤੇ ਬਾਹਰੋਂ ਹੋਰ ਬਣਾਉਂਦੀ ਹੈ, ਜਿਹੜੀ ਸੋਚ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ। ਔਰ ਫਿਰ ਇਸ ਸੋਚ ਕਰਕੇ ਅਨੇਕਾਂ ਬੰਧਨ, ਪਾਪ, ਵਿਕਾਰ ਪੈਦਾ ਹੋ ਜਾਂਦੇ ਨੇ। ਰੱਬ ਦਾ ਜਿਹੜਾ ਸੇਵਕ ਹੈ, ਗੁਰੂ ਦੀ ਮੱਤ ਦਾ ਧਾਰਨੀ, ਰੱਬੀ ਰਜਾ ਵਿੱਚ ਤੁਰਨ ਵਾਲਾ, ਰੱਬੀ ਗੁਣਾਂ ਦਾ ਧਾਰਨੀ, ਰੱਬੀ ਪ੍ਰੇਮ ਦੇ ਨਾਲ ਰੰਗਿਆ ਹੋਇਆ, ਰੱਬ ਦੇ ਚਰਨਾਂ ਦੀ ਸ਼ਰਨ ਵਿੱਚ ਰਹਿਣ ਵਾਲਾ, ਇਹਨਾਂ ਸਾਰੇ ਬੰਧਨਾਂ ਨੂੰ ਕੱਟ ਦਿੰਦਾ ਹੈ, ਇਸ ਮਾਇਆ ਦੀ ਸੋਚ ਨੂੰ ਖਤਮ ਕਰ ਦਿੰਦਾ ਹੈ ਤੇ ਉਹ ਮੁਕਤ ਹੋ ਜਾਂਦਾ ਹੈ। ਹੁਣ ਮੁਕਤੀ ਮਰਨ ਤੋਂ ਬਾਅਦ ਨਹੀਂ ਹੈ, ਐਸੇ ਜੀਵਨ ਵਿੱਚ ਹੈ। ਤੇ ਦੇਖੋ ਮੁਕਤ ਹੋਣ ਦਾ ਕਿੰਨਾ ਸੌਖਾ ਸਾਧਨ ਗੁਰੂ ਸਾਹਿਬ ਜੀ ਸਾਨੂੰ ਦੱਸ ਰਹੇ ਨੇ, ਕਿ ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਆਸ਼ੇ ਅਨੁਸਾਰ ਜ਼ਿੰਦਗੀ ਜੀ ਕੇ ਵਿਕਾਰਾਂ ਦੇ ਬੰਧਨਾਂ ਨੂੰ ਤੋੜ ਕੇ ਆਜ਼ਾਦ ਹੋ ਜਾਣਾ। ਵਿਕਾਰਾਂ ਦੇ ਬੰਧਨ ਟੁੱਟ ਗਏ ਤੇ ਦੁੱਖ ਆਪੇ ਖਤਮ ਹੋ ਜਾਣਾ। ਅਗਲਾ ਬਚਨ ਕਰਦੇ ਨੇ, ਜਨਮ ਮਰਨ ਦੁਖ ਬ੍ਰਹਮ ਗਿਆ। ਇਹ ਜਨਮ ਮਰਨ ਨੂੰ ਥੋੜਾ ਜਿਹਾ ਸਮਝਣਾ ਹੈ। ਜਨਮ ਤੋਂ ਲੈ ਕੇ ਮਰਨ ਤੱਕ ਮੇਰਾ ਜਨਮ ਹੋਇਆ ਹੈ ਤੇ ਮੈਂ ਮਰਨਾ ਹੈ। ਤੇ ਜਨਮ ਤੋਂ ਲੈ ਕੇ ਮਰਨ ਤੱਕ ਜਿਹੜੀ ਵਿੱਚ ਸਮਾਂ ਮਿਲਿਆ ਹੈ ਉਹਨੂੰ ਕਹਿੰਦੇ ਨੇ ਜੀਵਨ। ਜੀਵਨ ਕੀ ਹੈ? ਜਨਮ ਤੋਂ ਲੈ ਕੇ ਮਰਨ ਤੱਕ ਮਿਲੇ ਹੋਏ ਸਮੇਂ ਨੂੰ ਅਸੀਂ ਜੀਵਨ ਕਹਿੰਦੇ ਹਾਂ। ਤੇ ਸਾਰੇ ਜੀਵਨ ਦੇ ਅੰਦਰ ਬੰਦਾ ਕੰਮ ਕਰਦਾ ਹੈ, ਸੁੱਖ ਜਾਂ ਦੁੱਖ ਮਾਣਦਾ ਹੈ, ਆਦਰ ਜਾਂ ਨਿਰਾਦਰ ਸਹਾਰਦਾ ਹੈ, ਚਿੰਤਾ ਜਾਂ ਖੁਸ਼ੀਆਂ ਮਹਿਸੂਸ ਕਰਦਾ ਹੈ। ਜ਼ਿੰਦਗੀ ਹੈ ਨਾ ਜਨਮ ਤੋਂ ਲੈ ਕੇ ਮਰਨ ਤੱਕ। ਇੱਥੇ ਜਨਮ ਮਰਨ ਦੁੱਖ ਭਰਮ ਗਿਆ ਦਾ ਮਤਲਬ ਸਾਰੇ ਜੀਵਨ ਦਾ ਦੁੱਖ ਔਰ ਭਰਮ ਖਤਮ ਹੋ ਜਾਂਦਾ ਹੈ। ਸਾਰੇ ਜੀਵਨ ਦਾ ਦੁੱਖ। ਹੁਣ ਦੁੱਖ ਕਾਹਦੇ ਨੇ? ਦੁੱਖ ਨੇ ਵਿਕਾਰਾਂ ਕਰਕੇ। ਤੇ ਵਿਕਾਰ ਕਾਹਦੇ ਨੇ? ਭਟਕਣਾ ਕਰਕੇ, ਭਰਮ ਕਰਕੇ। ਸਾਡੀ ਜ਼ਿੰਦਗੀ ਵਿੱਚ ਭਰਮ ਹੈ ਨਾ, ਬੰਦੇ ਦੇ ਜੀਵਨ ਦੇ ਵਿੱਚ ਭੁਲੇਖਾ ਹੈ ਕਿ ਜਿਹੋ ਜੀ ਮੈਂ ਜ਼ਿੰਦਗੀ ਜੀ ਰਿਹਾ ਇਹਦੇ ਵਿੱਚੋਂ ਸੁੱਖ ਪੈਦਾ ਹੋਣਗੇ। ਜੇ ਮੈਂ ਠੱਗੀਆਂ ਸ਼ੱਗੀਆਂ ਮਾਰ ਕੇ ਬਹੁਤ ਸਾਰਾ ਪੈਸਾ ਇਕੱਠਾ ਕਰ ਲਵਾਂ, ਵੱਡਾ ਸਾਰਾ ਮੇਰੇ ਕੋਲ ਘਰ ਹੋਵੇ, ਤਾਂ ਫਿਰ ਮੇਰੀ ਜ਼ਿੰਦਗੀ ਵਿੱਚ ਸੁੱਖ ਆ ਜਾਏਗਾ। ਔਰ ਕਈ ਲੋਕ ਐਵੇਂ ਕਰ ਵੀ ਲੈਂਦੇ ਨੇ, ਅਜਮਾਇਆ ਹੈ ਲੋਕਾਂ ਨੇ, ਪਰ ਅਜਮਾ ਕੇ ਉਹਨਾਂ ਨੇ ਵੇਖਿਆ ਹੈ ਤੇ ਅਖੀਰ ਰਿਜ਼ਲਟ ਹੀ ਕੱਢਿਆ ਵੀ ਭਾਈ ਮੇਰਾ ਪੈਸੇ ਵਿੱਚ ਸੁੱਖ ਨਹੀਂ ਹੈ, ਸੁੱਖ ਤਾਂ ਗੁਨਾਹ ਕਰਕੇ ਹੈ। ਦੋ ਚੀਜ਼ਾਂ ਨੇ, ਇੱਕ ਤੰਦਰੁਸਤੀ ਤੇ ਇੱਕ ਘਰੇਲੂ ਪ੍ਰੇਮ। ਇਹ ਬਹੁਤ ਘੱਟ ਲੋਕਾਂ ਨੂੰ ਮਿਲਦਾ ਨਾ। ਮਿਲਿਆ ਤਾਂ ਹੁੰਦਾ ਪਰ ਉਹਨੂੰ
ਸੰਭਾਲ ਨਹੀਂ ਅਸੀਂ ਪਾਉਂਦੇ। ਪੈਸੇ ਦੇ ਨਾਲ ਖੁਸ਼ੀ ਜਾਂ ਸੁੱਖ ਨਹੀਂ ਮਿਲਦਾ। ਪੈਸਾ ਸਾਡੀ ਲਾਈਫ ਸਟਾਈਲ ਨੂੰ ਬਦਲ ਸਕਦਾ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪੈਸਾ ਲਾਈਫ ਸਟਾਈਲ ਨੂੰ ਬਦਲ ਦਿੰਦਾ ਹੈ। ਮੈਂ ਸਾਈਕਲ ਤੇ ਫਿਰਦਾ ਸਾਂ, ਹੁਣ ਜੇ ਪੈਸਾ ਹੈ ਤੇ ਮੈਂ ਕਾਰ ਵਿੱਚ ਫਿਰਦਾ, ਜਹਾਜ਼ਾਂ ਤੇ ਚੜ੍ਹਦਾ। ਪੈਸਾ ਨਹੀਂ ਸੀ, ਗਰੀਬੀ ਸੀ, ਬਾਜਰੇ ਦੀਆਂ ਰੋਟੀਆਂ, ਮਕਈ ਦੀਆਂ ਬਾਜਰੇ ਦੀਆਂ ਮਕਈ ਦੀਆਂ ਖਾਂਦੇ ਸਨ ਰੋਟੀਆਂ। ਅੱਜ ਅਸੀਂ ਬਾਜਰੇ ਮਕਈ ਦੀਆਂ ਲੱਭਦੇ ਫਿਰਦੇ ਹਾਂ, ਉਦੋਂ ਖਾਣ ਨੂੰ ਮਿਲਦੀਆਂ ਸਨ ਤੇ ਭੱਜੀਦਾ ਸੀ ਵੀ ਕਣਕ ਦੀ ਕਿਤੇ ਰੋਟੀ ਮਿਲ ਜਾਏ, ਪ੍ਰਾਹੁਣਾ ਆਉਣਾ ਤੇ ਕਣਕ ਦੀ ਰੋਟੀ। ਗੁੜ ਦੀ ਬਣਾਈ ਸੀ ਨਾ ਚਾਹ। ਅੱਜ ਕੱਲ ਅਸੀਂ ਗੁੜ ਦੀ ਚਾਹ ਲਈ ਤਰਸਨੇ ਆ, ਪਰ ਉਦੋਂ ਪ੍ਰਾਹੁਣਾ ਆਉਂਦਾ ਸੀ ਨਾ ਪਹਿਲੋਂ, ਤੇ ਉਦੋਂ ਕਿਤੇ ਖੰਡ ਦੀ ਚਾਹ, ਤੇ ਅਣਾਣੇ ਪਿੱਟਣਾ ਪਾਉਂਦੇ ਸਨ ਕਿ ਅਸੀਂ ਵੀ ਖੰਡ ਦੀ ਚਾਹ ਲੈਣੀ ਹੈ, ਤੇ ਅਣਾਣਿਆਂ ਨੂੰ ਪਾਸੇ ਕਰਕੇ ਤੇ ਪ੍ਰਾਹੁਣੇ ਨੂੰ ਗੜਵੀ ਚ ਪਾ ਕੇ ਚਾਹ ਦੇਈਦੀ ਸੀ, ਇਹਨਾਂ ਨੇ ਪਿੱਟਣਾ, ਥੋੜੀ ਥੋੜੀ ਪਾ ਦੇਣੀ, ਪਿਆ ਲੋ ਪੀ ਲੋ। ਯਾਨੀ ਪੈਸਾ ਲਾਈਫ ਸਟਾਈਲ ਬਦਲ ਸਕਦਾ ਹੈ। ਗੁੜ ਤੋਂ ਖੰਡ ਦੀ ਚਾਹ ਬਣਨੀ ਸ਼ੁਰੂ ਹੋ ਜਾਏਗੀ, ਸਾਈਕਲਾਂ ਤੋਂ ਕਾਰਾਂ ਮੋਟਰਸਾਈਕਲਾਂ ਆ ਜਾਣਗੀਆਂ, ਹੱਥ ਦੀਆਂ ਪੱਖੀਆਂ ਤੋਂ ਏਸੀ ਰੂਮ ਆ ਜਾਣਗੇ, ਲੇਕਿਨ ਮੈਂਟੈਲਿਟੀ ਚੇਂਜ ਨਹੀਂ ਕਰਦਾ, ਸੋਚ ਨਹੀਂ ਚੇਂਜ ਕਰਦਾ। ਜੇ ਸੋਚ ਘਟੀਆ ਤੇ ਘਟੀਆ ਹੀ ਹੈ। ਬਹੁਤ ਸਾਰੇ ਪੈਸੇ ਕਰਕੇ ਵਿਚਾਰੇ ਗਰੀਬ ਨੇ, ਲੇਕਿਨ ਸੋਚ ਬੜੀ ਉੱਚੀ ਹੈ। ਬਹੁਤ ਸਾਰੇ ਅਮੀਰ ਲੋਕ ਨੇ, ਉਹਨਾਂ ਦੀ ਸੋਚ ਬੜੀ ਚੰਗੀ ਹੈ, ਪਰ ਬਹੁਤੇ ਲੋਕ ਨੇ ਪੈਸਾ ਤੇ ਬਹੁਤ, ਪਰ ਸੋਚ ਬੜੀ ਮਾੜੀ ਹੈ। ਇਸ ਲਈ ਜਨਮ ਮਰਨ ਦੁੱਖ ਪਰਮ ਗਿਆ, ਵੀ ਜਨਮ ਤੋਂ ਲੈ ਕੇ ਮਰਨ ਤੱਕ ਯਾਨੀ ਸਾਰੇ ਜੀਵਨ ਦਾ ਦੁੱਖ ਔਰ ਭਰਮ ਖਤਮ ਹੋ ਜਾਂਦਾ ਹੈ। ਉਹਨਾਂ ਦੀ ਜ਼ਿੰਦਗੀ ਚੋਂ ਭਰਮ ਮੁੱਕ ਜਾਂਦਾ ਹੈ। ਜੀਵਨ ਵਿੱਚ ਅਸਲੀਅਤ ਦੀ ਸਮਝ ਆ ਜਾਂਦੀ ਹੈ ਕਿ ਅਸਲੀਅਤ ਹੈ, ਤੱਤ ਦਾ ਪਤਾ ਲੱਗ ਜਾਂਦਾ ਹੈ, ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਔਰ ਜਿੱਥੋਂ ਭਰਮ ਚਲੇ ਜਾਣ ਉਥੋਂ ਫਿਰ ਦੁੱਖ ਵੀ ਖਤਮ ਹੋ ਜਾਂਦਾ ਹੈ। ਤਾਂ ਇਸ ਤਰ੍ਹਾਂ ਗੁਰਮਤ ਆਸੇ ਅਨੁਸਾਰ ਜ਼ਿੰਦਗੀ ਜੀ ਕੇ ਸਾਰੇ ਜੀਵਨ ਦੇ ਵਿੱਚੋਂ ਭਰਮ ਮਿਟਾ ਕੇ, ਦੁੱਖਾਂ ਨੂੰ ਖਤਮ ਕਰਕੇ ਸੁਖੀ ਜ਼ਿੰਦਗੀ ਜੀਵੀ ਜਾ ਸਕਦੀ ਹੈ। ਇੱਛ ਪੂਰੀ ਸ਼ਰਧਾ ਸਭ ਪੂਰੀ। ਇੱਛ ਦਾ ਮਤਲਬ ਇੱਛਾ ਵਾ, ਤੇ ਇੱਥੇ ਸ਼ਰਧਾ ਦਾ ਮਤਲਬ ਹੈ ਖੁਆਹਿਸ਼। ਸ਼ਰਧਾ ਵਿਸ਼ਵਾਸ ਨੂੰ ਵੀ ਕਹਿੰਦੇ ਨੇ, ਪਰ ਇੱਥੇ ਸ਼ਰਧਾ ਦਾ ਮਤਲਬ ਖੁਆਹਿਸ਼ ਹੈ। ਸੇਵਕ ਦੀ ਇੱਛਾ ਤੇ ਸ਼ਰਧਾ ਸਭ ਸਿਰੇ ਚੜ ਜਾਂਦੀ, ਤ੍ਰਿਪਤ ਹੋ ਜਾਂਦੀ ਹੈ, ਪੂਰੀਆਂ ਹੋ ਜਾਂਦੀਆਂ, ਉਹਨਾਂ ਦੀ ਫਿਰ ਕੋਈ ਖੁਆਹਿਸ਼ ਨਹੀਂ ਰਹਿੰਦੀ। ਉਹਨਾਂ ਦੀ ਕੋਈ ਚਾਹਤ ਹੈ ਗੁਣਾ ਵਾਲੀ ਜ਼ਿੰਦਗੀ ਜੀਣੀ, ਰੱਬੀ ਰਜ਼ਾ ਦੇ ਅੰਦਰ ਤੁਰਨਾ, ਰੱਬੀ ਰਜ਼ਾ ਤੋਂ ਬਾਹਰ ਕੋਈ ਚਾਹਤ ਹੈ ਹੀ ਨਹੀਂ। ਉਹਨਾਂ ਨੂੰ ਸਮਝ ਆ ਜਾਂਦੀ ਕਿ ਰੱਬ ਦੀ ਰਜ਼ਾ ਤੋਂ ਬਾਹਰ ਕੁਝ ਹੋ ਸਕਦਾ ਨਾ। ਉਹਨਾਂ ਦੇ ਅੰਦਰ ਹੁਣ ਚਾਹਤ ਹੀ ਨਹੀਂ ਹੈ ਕਿ ਮੈਂ ਵਰਤ ਰੱਖ ਲਵਾਂ, ਸਰਾਧ ਕਰ ਲਵਾਂ। ਅੰਦਰ ਪਤਾ ਲੱਗ ਗਿਆ ਕਿ ਇਹਨਾਂ ਚੀਜ਼ਾਂ ਨਾਲ ਕੁਝ ਨਹੀਂ। ਹੁਣ ਉਹਨਾਂ ਦੀ ਇੱਛਾ ਐਸੀ ਹੈ ਹੀ ਨਹੀਂ ਤੀਰਥਾਂ ਦੀ, ਜਪ ਤਪ ਸੰਜਮ ਦੀ, ਸਮਾਧੀਆਂ ਦੀ। ਉਹਨਾਂ ਦੀਆਂ ਇਹ ਚੀਜ਼ਾਂ ਹੀ ਖਤਮ ਹੋ ਗਈਆਂ। ਉਹਨਾਂ ਨੂੰ ਪਤਾ ਹੈ ਕਿ ਰੱਬੀ ਰਜ਼ਾ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਗੁਣਾ ਦੇ ਤਾਬੇ ਤੇ ਇਹ ਸਾਰੇ ਕਰਮ ਕਰਨੇ ਸਨ ਕਿ ਸ਼ਾਇਦ ਇਹ ਕੰਮ ਕੀਤਿਆਂ ਸਾਨੂੰ ਕੁਝ ਮਿਲ ਜਾਏ। ਵੀ ਸਰਸਵਤੀ ਦੀ ਪੂਜਾ ਕਰਾਂਗੇ ਤਾਂ ਵਿਦਿਆ ਮਿਲੇਗੀ। ਅਸੀਂ ਨਿੱਕੇ ਨਿੱਕੇ ਹੁੰਦੇ ਸਨ ਤੇ ਸਾਨੂੰ ਸਮਝਾਇਆ ਜਾਂਦਾ ਸੀ ਵੀ ਜੇ ਮੋਰ ਦੇ ਖੰਭ ਧਰੀਏ ਨਾ ਕਿਤਾਬਾਂ ਦੇ ਵਿੱਚ ਤੇ ਵਿਦਿਆ ਬੜੀ ਹੁੰਦੀ। ਪੜ੍ਹਾਈ ਮੇਰੇ ਖਿਆਲ ਤੁਸੀਂ ਵੀ ਧਰਦੇ ਹੋਗੇ ਜ਼ਰੂਰ, ਮੈਂ ਤੇ ਧਰਦਾ ਰਿਹਾ ਵਾਂ। ਮੋਰ ਦਾ ਖੰਭ ਲੱਭ ਕੇ ਤੇ ਕਿਤਾਬ ਦੇ ਵਿੱਚ ਧਰਨਾ, ਵੀ ਪੜ੍ਹਾਈ ਬੜੀ ਆਉਂਦੀ ਹੈ। ਹੁਣ ਸਮਝ ਆ ਗਈ ਨਾ ਵੀ ਮੋਰ ਦੇ ਖੰਭਾਂ ਨਾਲ ਤੇ ਜੇ ਪੜ੍ਹਾਈ ਆਉਂਦੀ ਹੋਵੇ ਤੇ ਫਿਰ ਦੁਨੀਆ ਦਾ ਸਭ ਤੋਂ ਵੱਡਾ ਵਿਦਵਾਨ ਮੋਰ ਚਾਹੀਦਾ। ਮੋਰ ਤੇ ਫਿਰ ਕਿਸੇ ਕਾਲਜ ਦਾ ਪ੍ਰਿੰਸੀਪਲ ਚਾਹੀਦਾ ਨਾ। ਜੇ ਉਹਦੇ ਨਿੱਕੇ ਜਿਹੇ ਖੰਭ ਦੇ ਨਾਲ ਸਾਨੂੰ ਪੜ੍ਹਾਈ ਆ ਸਕਦੀ ਹੋਵੇ ਤਾਂ ਪੜ੍ਹਾਈ ਖੰਭਾਂ ਨਾਲ ਨਹੀਂ ਆਉਂਦੀ, ਪੜ੍ਹਾਈ ਕਰਨ ਨਾਲ ਆਉਂਦੀ ਹੈ। ਤਾਂ ਹੁਣ ਇਹ ਇੱਛਾ ਤੇ ਖਤਮ ਹੋ ਗਈ ਨਾ ਵੀ ਮੋਰ ਦਾ ਖੰਭ ਹੁਣ ਮਿਲੇ ਤੇ ਮੈਂ ਉਹਨੂੰ ਕਿਤਾਬ ਵਿੱਚ ਧਰਾਂ। ਮੈਨੂੰ ਕਿਤਾਬ ਯਾਦ ਹੁਣ ਮੈਂ ਨਹੀਂ ਰੱਖਾਂਗਾ ਕਿਉਂਕਿ ਪਤਾ ਲੱਗ ਗਿਆ ਨਾ। ਇਹੋ ਜਿਹੀਆਂ ਇੱਛਾਵਾਂ ਫਿਰ ਸਾਰੀਆਂ ਮੁੱਕ ਜਾਂਦੀਆਂ ਨੇ। ਨਿੱਕੇ ਨਿੱਕੇ ਵਹਿਮ ਹੁੰਦੇ ਸਨ ਨਾ, ਘਰ ਸ਼ਾਮ ਨੂੰ ਲੇਟ ਆਉਣਾ ਤੇ ਪਤਾ ਸੀ ਵੀ ਹੁਣ ਘਰ ਗਏ ਤੇ ਮਾਂ ਨੇ ਜਾਂਦਿਆਂ ਛਿੱਤਰ ਪੂਲਾ ਕਰਨਾ ਹੈ, ਤੇ ਫਿਰ ਨਾਲ ਦੇ ਸਾਥੀਆਂ ਨੇ ਕਹਿਣਾ ਵੀ ਜੇ ਵੱਡੇ ਪੱਥਰ ਦੇ ਉੱਤੇ ਛੋਟਾ ਪੱਥਰ ਧਰ ਕੇ ਜਾਈਏ ਫਿਰ ਘਰੋਂ ਕੁੱਟਣੀ ਪੈਂਦੀ। ਤੇ ਪੱਥਰ ਲੱਭਦੇ ਫਿਰੀਦਾ ਸੀ ਵੀ ਹੁਣ ਜਾਣ ਲੱਗੇ ਵੱਡੇ ਦੇ ਉੱਤੇ ਛੋਟਾ ਧਰ ਜਾਈਏ ਤੇ ਘਰੋਂ ਕੁੱਟਣਾ ਪਵੇਗੀ। ਯਾਨੀ ਇਹੋ ਜਿਹੇ ਜਿਹੜੇ ਵਹਿਮ ਨੇ, ਅੰਧ ਵਿਸ਼ਵਾਸ ਨੇ, ਉਹ ਸਾਰੇ ਉੱਡ ਪੁੱਡ ਜਾਂਦੇ ਨੇ। ਹੁਣ ਸਮਝ ਆ ਗਈ ਨਾ ਵੀ ਕੁੱਟ ਤੇ ਪੈਗੀ ਜੇ ਅਸੀਂ ਗਲਤ ਕੰਮ ਕਰਾਂਗੇ ਤੇ, ਯਾਨੀ ਦੁੱਖ ਹੋਏਗਾ। ਇਸ ਲਈ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ
ਉਹਦੀਆਂ ਐਸੀਆਂ ਜਿਹੜੀਆਂ ਕਾਮਨਾਵਾਂ ਨੇ, ਵਿਕਾਰਾਂ ਦੀਆਂ, ਪਾਪਾਂ ਅਪਰਾਧਾਂ ਦੀਆਂ, ਉਹ ਮੁੱਕ ਜਾਂਦੀਆਂ ਨੇ। ਉਹਨਾਂ ਨੂੰ ਸਮਝ ਹੁੰਦੀ ਹੈ ਕਿ ਮੈਂ ਕੇਵਲ ਰੱਬੀ ਰਜ਼ਾ ਦੇ ਅੰਦਰ ਜ਼ਿੰਦਗੀ ਗੁਜ਼ਾਰਨੀ ਹੈ, ਔਰ ਪ੍ਰਭੂ ਦੇ ਗੁਣ ਹੀ ਉਹਨਾਂ ਦੀ ਜ਼ਿੰਦਗੀ ਦਾ ਗੋਲ ਤੇ ਏਮ ਬਣ ਜਾਂਦੇ ਨੇ। ਰਵ ਰਹਿਆ ਸਤਸੰਗ ਹਜ਼ੂਰੀ, ਤੇ ਉਹਨਾਂ ਨੂੰ ਸਮਝ ਪੈ ਜਾਂਦੀ ਹੈ ਕਿ ਪ੍ਰਭੂ ਸਭ ਥਾਂ ਦੇ ਉੱਤੇ ਰਮਿਆ ਹੋਇਆ ਹੈ ਔਰ ਮੇਰੇ ਨਾਲ ਹੈ, ਔਰ ਮੈਂ ਉਹਦੇ ਹਜ਼ੂਰੀ ਵਿੱਚ ਵਸ ਰਿਹਾ ਹਾਂ। ਹਾਜ਼ਰ ਨਾਜ਼ਰ ਹੈ ਰੱਬ, ਬਹੁ ਰਵਿਦਾਸ ਹਾਥ ਪੈ ਨੇਰੇ। ਉਹਨਾਂ ਨੂੰ ਗੁਰੂ ਗਿਆਨ ਰਾਹੀਂ ਸਮਝ ਪੈ ਜਾਂਦੀ ਹੈ ਕਿ ਸਭ ਥਾਂ ਤੇ ਵਿਆਪਕ ਹੈ, ਸਭ ਥਾਈਂ ਵਿਆਪਕ ਤੇ ਆਪਣੇ ਅੰਗ ਸੰਗ ਦਿਸਦਾ ਹੈ। ਰਵ ਰਹਿਆ ਸਦ ਸੰਗ ਹਜ਼ੂਰੀ, ਐਸੇ ਸੇਵਕਾਂ ਨੂੰ ਪ੍ਰਭੂ ਸਭ ਥਾਈਂ ਵਿਆਪਕ ਔਰ ਆਪਣੇ ਅੰਗ ਸੰਗ ਦਿਸਦਾ ਹੈ। ਦੇਖੋ ਕਿੰਨਾ ਸੌਖਾ ਕੰਮ ਰੱਬ ਦੇ ਦਰਸ਼ਨ ਕਰਨ ਦਾ, ਰੱਬ ਵਿੱਚ ਮਿਲਣ ਦਾ, ਰੱਬ ਨੂੰ ਅਨੁਭਵ ਕਰਨ ਦਾ, ਕਿੰਨੇ ਸੌਖੇ ਢੰਗ ਦੇ ਨਾਲ ਗੁਰੂ ਜੀ ਨੇ ਸਮਝਾਇਆ। ਹੁਣ ਇਸ ਤੋਂ ਸੌਖਾ ਸਾਧਨ ਹੋਰ ਕੀ ਹੋ ਸਕਦਾ ਕਿ ਸਿਰਫ ਔਗਣਾਂ ਨੂੰ ਛੱਡ ਕੇ ਗੁਣਾਂ ਦੇ ਧਾਰਨੀ ਹੋਣਾ, ਪਖੰਡਾਂ ਨੂੰ ਛੱਡ ਕੇ ਸੱਚ ਦੇ ਨਾਲ ਜੁੜਨਾ, ਆਪਣੇ ਮਨ ਦੀ ਮੱਤ ਨੂੰ ਛੱਡ ਕੇ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਣੀ ਹੈ। ਕੰਮ ਤੇ ਕਰਨਾ ਹੈ, ਜ਼ਬਾਨ ਨਾਲ ਤੇ ਬੋਲਣਾ ਪਰ ਸੱਚ ਬੋਲਣਾ, ਅੱਖਾਂ ਨਾਲ ਤੇ ਵੇਖਣਾ ਪਰ ਪਿਆਰ ਨਾਲ ਵੇਖਣਾ, ਹਰ ਧੀ ਭੈਣ ਨੂੰ ਆਪਣੀ ਧੀ ਭੈਣ ਕਰਕੇ ਵੇਖਣਾ, ਕੰਨਾਂ ਨਾਲ ਸੁਣਨਾ ਹੈ ਪਰ ਸੱਚ ਸੁਣਨਾ, ਹੱਥਾਂ ਨਾਲ ਕਰਨਾ ਪਰ ਕਿਰਤ ਕਰਨੀ ਹੈ, ਪੈਰਾਂ ਨਾਲ ਤੁਰਨਾ ਪਰ ਸੱਚੇ ਰਾਹਾਂ ਤੇ ਜਾਣਾ, ਮਨ ਕਰਕੇ ਸੋਚਣਾ ਪਰ ਸੱਚ ਸੋਚਣਾ, ਤੇ ਰੱਬ ਵਰਗੇ ਹੋ ਜਾਣਾ, ਰੱਬ ਸਭ ਥਾਵਾਂ ਤੇ ਨਜ਼ਰੀਂ ਪੈ ਜਾਣਾ। ਇਸ ਤੋਂ ਸੌਖਾ ਕੰਮ ਕੀ ਹੋ ਸਕਦਾ ਹੈ? ਕਿਉਂਕਿ ਇਹ ਕੰਮ ਤੇ ਅਸੀਂ ਕਰ ਹੀ ਰਹੇ ਹਾਂ। ਆਪਾਂ ਕੱਲ ਗੱਲ ਕੀਤੀ ਸੀ 6 ਕੰਮਾਂ ਦੀ, ਕਿ ਅਸੀਂ ਟਰਾਈ ਕਰੀਏ, ਤੇ ਕੰਮ ਅਸੀਂ ਕਰ ਹੀ ਰਹੇ ਹਾਂ, ਲੇਕਿਨ ਕਰ ਇਸ ਢੰਗ ਨਾਲ ਰਹੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਦੁੱਖ ਪੈਦਾ ਹੋ ਰਹੇ ਨੇ, ਵਿਛੋੜੇ ਪੈਦਾ ਹੋ ਰਹੇ ਨੇ, ਦੂਰੀਆਂ ਵੱਧ ਰਹੀਆਂ ਨੇ, ਰੱਬ ਤੋਂ ਦੂਰ ਜਾ ਰਹੇ ਹਾਂ। ਤੇ ਜੇ ਕੰਮ ਕਰਨ ਦਾ ਤਰੀਕਾ ਬਦਲ ਲਈਏ ਤੇ ਸਾਡੀਆਂ ਦੂਰੀਆਂ ਵੀ ਘਟ ਜਾਣਗੀਆਂ, ਨੇੜਤਾ ਵੱਧ ਜਾਏਗੀ, ਰੱਬ ਅੰਗ ਸੰਗ ਦਿਸੇਗਾ, ਵਿਕਾਰ ਖਤਮ ਹੋ ਜਾਣਗੇ, ਦੁੱਖ ਖਤਮ ਹੋ ਜਾਣਗੇ, ਜੀਵਨ ਵਿੱਚ ਸ਼ਾਂਤੀ ਆ ਜਾਏਗੀ, ਪਰਿਵਾਰਾਂ ਦੇ ਅੰਦਰ ਘਰ ਪਰਿਵਾਰ ਸਵਰਗ ਬਣ ਜਾਣਗੇ। ਅਗਲਾ ਬਚਨ ਕਰਦੇ ਨੇ, ਜਿਸ ਕਾ ਸਾਹ ਤਿਲ ਲਿਆ ਮਿਲਾਏ। ਜਿਸ ਕਾ ਸਾਹ ਦਾ ਮਤਲਬ ਜਿਹਦਾ ਇਹ ਸੀ, ਜਿਹਨੇ ਪੈਦਾ ਕੀਤਾ ਹੋਇਆ, ਜੋ ਬਣਿਆ ਸੀ। ਗੁਰੂ ਜੀ ਕਹਿੰਦੇ ਨਾ, ਫਿਰਤ ਫਿਰਤ ਪ੍ਰਭਾਇਆ ਪਰਿਆ ਤੋ ਸ਼ਰਨਾਏ, ਬਣਿਆ ਸੀ ਨਾ, ਤਿਨ ਲਿਆ ਮਿਲਾਏ, ਉਹਨੇ ਆਪਣੇ ਵਿੱਚ ਮਿਲਾ ਲਿਆ। ਰੱਬ ਆਪ ਆਪਣੇ ਵਿੱਚ ਮਿਲਾ ਲਏਗਾ। ਸਮੁੰਦਰ ਆਪ ਉਸ ਬੂੰਦ ਨੂੰ ਸਮੁੰਦਰ ਦੇ ਆਪਣੇ ਅੰਦਰ ਲੀਨ ਕਰਕੇ ਸਮੁੰਦਰ ਬਣਾ ਦੇਵੇਗਾ। ਅਸੀਂ ਤਾਂ ਸਿਰਫ ਈਗੋ ਨੂੰ ਛੱਡਣਾ ਹੈ। ਅਸੀਂ ਤਾਂ ਸਿਰਫ ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਹੋਣਾ ਹੈ। ਅਸੀਂ ਆਪਣੀ ਡਾਇਰੈਕਸ਼ਨ ਚੇਂਜ ਕਰਨੀ ਹੈ। ਜਦੋਂ ਡਾਇਰੈਕਸ਼ਨ ਚੇਂਜ ਕਰੋਗੇ, ਡੈਸਟੀਨੇਸ਼ਨ ਆਪ ਹੀ ਚੇਂਜ ਹੋ ਜਾਣਾ ਹੈ। ਡਾਇਰੈਕਸ਼ਨ ਗਲਤ ਹੈ, ਡਾਇਰੈਕਸ਼ਨ ਨੂੰ ਠੀਕ ਕਰੋ, ਡੈਸਟੀਨੇਸ਼ਨ ਬਦਲ ਜਾਏਗਾ। ਜੇ ਪਾਪ ਵਿਕਾਰ ਕਮਾ ਰਹੇ ਹਾਂ, ਡਾਇਰੈਕਸ਼ਨ ਪਾਪ ਕਮਾਉਣ ਵਾਲੀ ਹੈ, ਤਾਂ ਡੈਸਟੀਨੇਸ਼ਨ ਦੁੱਖ ਹੋਏਗਾ, ਜ਼ਿੰਦਗੀ ਨਰਕ ਬਣੇਗੀ। ਜੇ ਗੁਣਾਂ ਵਾਲੀ ਡਾਇਰੈਕਸ਼ਨ ਲੈ ਲੋਗੇ, ਜੀਵਨ ਸਵਰਗ ਬਣ ਜਾਏਗਾ। ਚੱਲਣਾ ਤੇ ਹੈ, ਡਾਇਰੈਕਸ਼ਨ ਚੇਂਜ ਕਰਨੀ। ਡਾਇਰੈਕਸ਼ਨ ਚੇਂਜ ਕਰਨ ਨਾਲ ਡੈਸਟੀਨੇਸ਼ਨ ਚੇਂਜ ਹੋ ਜਾਣਾ ਹੈ। ਪਹਿਲਾਂ ਨਰਕ ਵੱਲ ਵੱਧ ਰਹੇ ਸਾਂ, ਫਿਰ ਸਵਰਗ ਵੱਲ ਵਧਾਂਗੇ। ਪਹਿਲਾਂ ਦੁੱਖਾਂ ਵੱਲ ਵੱਧ ਰਹੇ ਸਾਂ, ਫਿਰ ਸੁੱਖਾਂ ਵੱਲ ਵਧਾਂਗੇ। ਪਹਿਲਾਂ ਦੂਰੀਆਂ ਵੱਧ ਰਹੀਆਂ ਸਨ, ਫਿਰ ਦੂਰੀਆਂ ਘਟਣਗੀਆਂ। ਪਹਿਲਾਂ ਚਿੰਤਾਵਾਂ ਪਰੇਸ਼ਾਨੀਆਂ ਸਨ, ਫਿਰ ਖੁਸ਼ੀਆਂ ਆਉਣਗੀਆਂ। ਇੰਨਾ ਕੀ ਕੰਮ ਕਰਨਾ ਹੈ। ਜਿਸ ਕਾ ਸਾਹ ਤਿਨ ਲਿਆ ਮਿਲਾਏ, ਜਿਹਦਾ ਸੀ ਉਹ ਫਿਰ ਆਪਣੇ ਨਾਲ ਮਿਲਾ ਲੈਂਦਾ ਹੈ। ਨਾਨਕ ਭਗਤੀ ਨਾਮ ਸਮਾਏ। ਇੱਥੇ ਨਾਮ ਦੇ ਮੰਮੇ ਨਾਲ ਸਿਹਾਰੀ ਹੈ, ਨਾਮ ਵਿੱਚ। ਭਗਤੀ ਦਾ ਮਤਲਬ ਸੇਵਾ, ਹੁਕਮ। ਭਗਤੀ ਰਾਹੀਂ, ਹੁਕਮ ਰਾਹੀਂ ਨਾਮ ਵਿੱਚ ਬੰਦਾ ਸਮਾ ਜਾਂਦਾ ਹੈ, ਰੱਬ ਦੇ ਅੰਦਰ ਸਮਾ ਜਾਂਦਾ ਹੈ, ਰੱਬ ਦਾ ਰੂਪ ਹੋ ਜਾਂਦਾ ਹੈ। ਇੱਥੇ ਨਾਮ ਦਾ ਮਤਲਬ ਰੱਬ। ਨਾਮ ਸ਼ਬਦ ਕਈ ਅਰਥਾਂ ਵਿੱਚ ਆਇਆ ਹੈ। ਨਾਨਕ ਭਗਤੀ ਨਾਮ ਸਮਾਏ, ਯਾਨੀ ਭਗਤੀ ਰਾਹੀਂ, ਸੇਵਾ ਰਾਹੀਂ ਰੱਬ ਦੀ ਰਜ਼ਾ ਪਾਣੇ ਵਿੱਚ ਤੁਰ ਕੇ ਬੰਦਾ ਰੱਬ ਦੇ ਅੰਦਰ ਹੀ ਸਮਾ ਜਾਂਦਾ ਹੈ, ਰੱਬ ਦਾ ਰੂਪ ਹੀ ਹੋ ਜਾਂਦਾ ਹੈ।
ਤਾਂ ਦੇਖੋ ਕਿੰਨੇ ਪਿਆਰ ਦੇ ਨਾਲ, ਕਿੰਨੇ ਸੌਖੇ ਢੰਗ ਦੇ ਨਾਲ ਸਾਨੂੰ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਸਮਝਾਇਆ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਜੋ ਸੁਖਮਨੀ ਸੁਖਾਂ ਦੀ ਮਣੀ ਹੈ, ਉਹ ਰੱਬ ਦਾ ਹੁਕਮ ਹੈ। ਰੱਬ ਦੇ ਹੁਕਮ ਅਨੁਸਾਰ ਤੁਰੋਗੇ ਤਾਂ ਜੀਵਨ ਦੇ ਅੰਦਰ ਸੁਖ ਆ ਜਾਏਗਾ। ਸੁਖਾਂ ਦੀ ਮਣੀ ਹੈ, ਸੁਖ ਦੇਣ ਵਾਲੀ ਹੈ। ਕਿ ਇਹ ਰੱਬ ਦਾ ਨਾਮ, ਰੱਬ ਦਾ ਹੁਕਮ ਹੈ ਸੁਖਾਂ ਦੀ ਮਣੀ। ਜਿਵੇਂ ਜਿਵੇਂ ਰੱਬ ਦੇ ਹੁਕਮ ਅਨੁਸਾਰ ਤੁਰੋਗੇ, ਸੁਖ ਵੱਧਦੇ ਚਲੇ ਜਾਣਗੇ। ਔਰ ਭਗਤੀ ਹੈ ਰੱਬ ਦੇ ਹੁਕਮ ਦੇ ਅੰਦਰ ਤੁਰਨਾ। ਜੇ ਅਸੀਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹਿਆ ਹੁੰਦਾ ਨਾ, ਵਿਚਾਰ ਕੇ, ਪੜਨ ਤੱਕ ਸੀਮਤ ਨਾ ਰਹੇ ਹੁੰਦੇ, ਵਿਚਾਰ ਦੇ ਔਰ ਵਿਚਾਰ ਕੇ ਇਹਦੇ ਤੇ ਅਮਲ ਕਰਦੇ, ਤਾਂ ਜ਼ਿੰਦਗੀ ਬਦਲ ਜਾਣੀ ਸੀ ਕਿ ਨਹੀਂ? ਕਿਉਂ ਭੈਣੋ ਮੇਰੀਓ ਵੀਰੋ, ਸਿਰ ਹਿਲਾ ਕੇ ਦੱਸੋਗੇ, ਮੈਨੂੰ ਪਤਾ ਲੱਗ ਜਾਏਗਾ ਕਿ ਸਹਿਮਤ ਹੋ। ਬਦਲ ਜਾਣੀ ਸੀ ਨਾ, ਜੀਵਨ ਕੁਝ ਹੋਰ ਹੋਣਾ ਸੀ ਨਾ। ਪਰ ਸਾਨੂੰ ਤੇ ਉਲਝਾਈ ਰੱਖਿਆ ਵੀ 24,000 ਅਕਸ਼ਰ ਨੇ ਤੇ 24,000 ਸਵਾਸ ਨੇ, ਇੱਕ ਵਾਰੀ ਪੜ੍ਹ ਲਓ ਤੇ ਸਵਾਸ ਸਫਲੇ ਹੋ ਗਏ। ਸਵਾਸ ਐਵੇਂ ਸਫਲੇ ਹੋਣੇ ਸਨ। ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਜੇ ਜ਼ਿੰਦਗੀ ਦੇ ਵਿੱਚ ਕਿਤੇ ਕਮੀਆਂ, ਕੋਈ ਦੋਸ਼ ਰਹਿ ਗਏ, ਤਾਂ ਅੱਜ ਵੀ ਜੇ ਅਸੀਂ ਪਾਵਨ ਬਾਣੀ ਮੁਤਾਬਕ ਚੇਂਜ ਹੋਣ ਦਾ ਯਤਨ ਕਰੀਏ ਨਾ, ਆਪਣੀ ਡਾਇਰੈਕਸ਼ਨ ਬਦਲੀਏ, ਤਾਂ ਹਕੀਕਤ ਤੇ ਡੈਸਟੀਨੇਸ਼ਨ ਬਦਲ ਜਾਏਗਾ, ਜੀਵਨ ਬਦਲ ਜਾਏਗਾ, ਸੋਚ ਬਦਲ ਜਾਏਗੀ, ਦੁੱਖ ਖਤਮ ਹੋ ਜਾਣਗੇ, ਪਾਪ ਵਿਕਾਰ ਖਤਮ ਹੋ ਜਾਣਗੇ, ਨੈਗੇਟਿਵਿਟੀ ਖਤਮ ਹੋ ਜਾਏਗੀ, ਪੋਜ਼ਿਟਿਵਿਟੀ, ਸਕਾਰਾਤਮਕਤਾ, ਚੜ੍ਹਦੀ ਕਲਾ ਆ ਜਾਏਗੀ। ਪਰ ਆਏਗੀ ਉਹਦੇ ਅੰਦਰ ਜੋ ਬਦਲੇਗਾ, ਜੋ ਅਮਲ ਕਰੇਗਾ। ਜੇ ਮੈਂ ਅਮਲ ਕਰਾਂਗਾ ਤਾਂ ਮੇਰੇ ਜੀਵਨ ਵਿੱਚ ਬਦਲਾਵ ਆਏਗਾ, ਤੁਸੀਂ ਕਰੋਗੇ ਤੁਹਾਡੇ ਵਿੱਚ ਆਏਗਾ। ਇਹਦਾ ਮਤਲਬ ਇਹ ਨਹੀਂ ਹੈ ਕਿ ਜਿਵੇਂ ਹੁਣ ਮੈਂ ਹਾਂ ਤੇ ਮੈਂ ਕਥਾ ਕਰ ਰਿਹਾ ਤੇ ਮੈਂ ਅਮਲ ਨਾ ਕਰਾਂ ਤਾਂ ਮੇਰੀ ਜ਼ਿੰਦਗੀ ਵਿੱਚ ਬਦਲਾਵ ਪਾਈ ਨਹੀਂ ਆਏਗਾ। ਜੇ ਮੈਂ ਕਰਾਂਗਾ ਤੇ ਮੇਰੇ ਜੀਵਨ ਵਿੱਚ ਇਹ ਮਹਾਨਤਾ ਆ ਜਾਏਗੀ। ਮੇਰੇ ਪਰਿਵਾਰ ਚੋਂ ਕੋਈ ਕਰ ਲੇਗਾ ਤੇ ਅਮਲ ਉਹਦੇ ਜੀਵਨ 'ਚ ਮਹਾਨਤਾ ਆ ਜਾਏਗੀ। ਤੁਸੀਂ ਕਰ ਲੋਗੇ, ਤੁਹਾਡੇ ਪਰਿਵਾਰ ਚੋਂ ਕੋਈ ਅਮਲ ਕਰ ਲੇਗਾ, ਦੁਨੀਆ ਚੋਂ ਕਰ ਲੇਗਾ। ਜੋ ਅਮਲ ਕਰੇਗਾ ਉਹਦੀ ਜ਼ਿੰਦਗੀ ਦੇ ਅੰਦਰ ਐਸਾ ਵਰਤਾਰਾ ਵਰਤ ਜਾਏਗਾ। ਤਾਂ ਇੱਥੇ ਮੈਂ ਅੱਜ ਖਿਮਾ ਦਾ ਜਾਚਕ ਹਾਂ।